ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਵਿੱਚ ਆਏ ਦੂਜੇ ਸ਼ਲੋਕ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਆਓ ਸਭ ਤੋਂ ਪਹਿਲਾਂ ਉਚਾਰਨ ਵੱਲ ਧਿਆਨ ਦੇਈਏ ਜੀ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ माता तरत महत दिवस रात दोए दाई दाया खेलै सगल जगत चंगियाइयां बुरियाइयां बाचै धर्म हदूर करमी आपो अपनी के नेड़े के दूर जिनी नाम ते आया गए मसकत काल नानक ते मुख उजले केती छुट्टी नाल जिनी नाम ते आया गए मसकत काल नानक ते मुख उजले केती छुट्टी नाल। सब तो पहला ਸ਼ਲੋਕ, ਜਿਵੇਂ ਕਿ ਪਤਾ ਹੈ ਆਪ ਜੀ ਨੂੰ ਕਿ ਇਹ ਜੋ ਜਪਜੀ ਸਾਹਿਬ ਦਾ ਦੂਸਰਾ ਸ਼ਲੋਕ ਆਇਆ ਹੈ। ਪਹਿਲਾ ਸ਼ਲੋਕ ਸੀਗਾ ਆਦਿ ਸੱਚ ਵਾਲਾ, ਹੁਣ ਇਹ ਦੂਸਰਾ ਸ਼ਲੋਕ ਹੈ। ਤੇ ਜੋ ਇਹ ਸ਼ਲੋਕ ਹੈ ਇਹਦੀ ਜਿਹੜੀ ਸ਼ੁਰੂਆਤ ਹੈ, ਇਹ ਸ਼ੁਰੂਆਤ ਹੋ ਰਹੀ ਹੈ ਪਵਨ ਗੁਰੂ। ਹੁਣ ਬਹੁਤ ਇਹਨੂੰ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ। ਇੱਕ ਤੇ ਖਾਸ ਕਰ ਇਸ ਸ਼ਲੋਕ ਵਿੱਚ ਵੇਖਿਆ ਗਿਆ ਹੈ ਕਿ ਜਿੱਥੇ ਉਚਾਰਨ ਦੀ ਗਲਤੀ ਹੁੰਦੀ ਹੈ, ਉਸੇ ਤਰੀਕੇ ਦੇ ਨਾਲ ਇਸ ਨੂੰ ਸਮਝਣ ਵਿੱਚ ਵੀ ਅਕਸਰ ਗਲਤੀ ਹੋ ਜਾਂਦੀ ਹੈ। ਥੋੜੀ ਜਿਹੀ ਡੂੰਘਾਈ ਦੇ ਨਾਲ ਝਾਤ ਮਾਰਨੀ ਪਏਗੀ। ਗੁਰੂ ਸਾਹਿਬ ਸੇਵਾ ਲੈਣ, ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਝਾਤ ਮਾਰ ਪਾਈਏ, ਕਿਉਂਕਿ ਗੁਰੂ ਹੀ ਹੈ ਜਿਹੜਾ ਮਾਰਗ ਦਿਖਾਉਂਦਾ ਹੈ। ਪਵਨ ਗੁਰੂ। ਹੁਣ ਅਗਰ ਇਹਦੇ ਸ਼ਬਦ ਦੇ ਅਰਥ ਕੀਤੇ ਜਾਣ ਤੇ ਬਣ ਜਾਏਗਾ ਜੋ ਹਵਾ ਹੈ ਉਹ ਗੁਰੂ ਹੈ, ਪਰ ਥੋੜਾ ਜਿਹਾ ਹੋਰ ਧਿਆਨ ਦੇਵਾਂਗੇ ਤੇ ਸਮਝ ਆਏਗੀ ਕਿ ਕਿਵੇਂ ਐਗਜ਼ਾਮਪਲ ਦੇ ਕੇ ਗੁਰੂ ਸਾਹਿਬ ਨੇ ਹਵਾ ਦਾ ਸਮਝਾਇਆ ਕਿ ਜੋ ਗੁਰੂ ਹੈ ਉਹ ਕੀ ਹੈ। ਪਵਨ, ਪਵਨ ਦਾ ਜਿਹੜਾ ਸਿੰਪਲ ਮੀਨਿੰਗ ਹੈ ਹਵਾ ਹੈ, ਤੇ ਜੋ ਸਾਡਾ ਸਰੀਰ ਹੈ, ਹੁਣ ਇਸ ਨੂੰ ਸਮਝਣ ਲਈ ਸਾਨੂੰ ਸਮਝਣਾ ਪਏਗਾ ਸਰੀਰ ਹੋਰ ਮਨ ਦੇ ਨਾਲ ਕੰਪੇਅਰ ਕਰਨਾ ਪਏਗਾ। ਫਿਰ ਇਹ ਜੋ ਸ਼ਲੋਕ ਹੈ ਬਿਲਕੁਲ ਅੱਛੇ ਤਰੀਕੇ ਨਾਲ ਸਮਝ ਆ ਜਾਏਗਾ। ਜਿਵੇਂ ਸਰੀਰ ਵਾਸਤੇ ਹਵਾ ਜ਼ਰੂਰੀ ਹੈ, ਹਵਾ ਬਗੈਰ ਜਿਹੜਾ ਹੈ ਸਰੀਰ ਨਹੀਂ ਰਹਿ ਸਕਦਾ। ਤੇ ਅਗਰ ਕੁਦਰਤ ਦੇ ਵੱਲ ਝਾਤ ਮਾਰੋ ਤੇ ਕੁਦਰਤ ਵਿੱਚ ਵੀ ਜਿਹੜੀ ਹੈ ਹਵਾ ਦੀ ਆਪਣੀ ਅਹਿਮੀਅਤ ਹੈ। ਜਾਨਵਰ ਜਿਹੜੇ ਆ ਕਿ ਹਵਾ ਨਹੀਂ ਹੋਏਗੀ ਤੇ ਜਿੰਦੇ ਰਹਿ ਸਕਦੇ ਆ, ਜਿੰਨੇ ਪੰਛੀ ਆ ਹਨਾ, ਤੇ ਉਹ ਜਿੰਦੇ ਰਹਿ ਸਕਦੇ ਆ ਬਿਨਾਂ ਹਵਾ ਦੇ। ਤੇ ਜੋ ਹਵਾ ਬੜੀ ਇੰਪੋਰਟੈਂਟ ਹੈ। ਵਾਹਿਗੁਰੂ ਨਾ ਕਰੇ ਅਗਰ ਕਿਸੇ ਨਾਲ ਅਜਿਹੀ ਨੌਬਤ ਆਈ ਹੋਏ ਕਿ ਆਕਸੀਜਨ ਦੀ ਲੋੜ ਪਈ ਹੋਏ ਤੇ ਉਹਨੂੰ ਪੁੱਛੋ ਕਿ ਇਹਦੀ ਕੀ ਵੈਲਿਊ ਹੈ, ਉਹਨੂੰ ਪਤਾ ਲੱਗਦਾ ਕੀ ਮੁੱਲ ਹੈ ਅਸਲ ਵਿੱਚ। ਹਰ ਦਿਨ ਦਾ ਕਿੰਨਾ ਕਿੰਨਾ ਖਰਚਾ ਆਉਂਦਾ ਹੈ। ਤੇ ਪਵਨ ਜਿਹੜੀ ਹੈ ਗੁਰੂ ਸਾਹਿਬ ਨੇ ਤਾਂ ਸਾਨੂੰ ਦੇਖ ਲਓ ਸਾਥ ਜੋ ਸਾਨੂੰ ਦੇ ਰਹੇ ਆ, ਬਖਸ਼ ਰਹੇ ਆ, ਇਹਦੇ ਲਈ ਸਾਡੇ ਕੋਲ ਕੋਈ ਮੁੱਲ ਨਹੀਂ ਰਹਿ ਰਿਹਾ। ਤੇ ਇਹਦੀ ਇੱਕ ਆਪਣੀ ਅਹਿਮੀਅਤ ਜਿਵੇਂ ਇੱਕ ਸਰੀਰ ਵਾਸਤੇ ਹੈ, ਉਸੇ ਤਰੀਕੇ ਦੇ ਨਾਲ ਗੁਰੂ, ਗੁਰੂ ਜਿਹੜਾ ਹੈ ਮਨ ਵਾਸਤੇ ਜ਼ਰੂਰੀ ਹੈ। ਅਗਰ ਮਨ ਦੇ ਕੋਲ ਗੁਰੂ ਦੀ ਸਿੱਖਿਆ ਨਹੀਂ, ਗੁਰੂ ਨਹੀਂ ਹੈ, ਤੇ ਫਿਰ ਉਹ ਜ਼ਰੂਰ ਅੰਧਿਆਰ ਵਿੱਚ ਹੋਏਗਾ ਹੀ ਹੋਏਗਾ। ਕਿਉਂ? ਕਿਉਂਕਿ ਗੂ ਦਾ ਮਤਲਬ ਹੈ ਸਿਰਫ ਗੂ ਅੱਖਰ ਦਾ, ਗੂ ਦਾ ਮਤਲਬ ਹੋ ਗਿਆ ਅੰਧਕਾਰ, ਰੂਹ ਦਾ ਮਤਲਬ ਹੋ ਗਿਆ ਰੋਸ਼ਨੀ। ਤੇ ਜਿਹੜਾ ਸਾਨੂੰ ਅਗਿਆਨਤਾ ਦੇ ਅੰਧੇਰੇ ਵਿੱਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਵਿੱਚ ਲਿਆਉਂਦਾ ਉਹ ਹੁੰਦਾ ਗੁਰੂ। ਤੇ ਗੁਰੂ ਜਿਹੜਾ ਹੈ ਇਸ ਲਈ ਮਨ ਵਾਸਤੇ ਬੜਾ ਜ਼ਰੂਰੀ ਹੈ। ਇਹ ਕਹਿ ਲਵੋ ਕਿ ਅਗਰ ਗੁਰੂ ਨਹੀਂ ਹੈ, ਮਨ ਅਗਰ ਜਿਹੜਾ ਹੈ ਉਹ ਅਧੂਰਾ ਹੈ, ਗੁਰੂ ਦੇ ਬਿਨਾਂ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਗੁਰੂ ਵਾਲਾ ਨਹੀਂ ਬਣਿਆ, ਤੇ ਅਸੀਂ ਕਹਿ ਸਕਦੇ ਹਾਂ ਅਜੇ ਫਿਰ ਉਹਨੂੰ ਸਮਝ ਹੀ ਨਹੀਂ ਹੈ ਕਿ ਉਹਨੂੰ ਤੁਰਨਾ ਕਿੱਥੇ ਹੈ। ਫਿਰ ਉਹ ਆਪਣੇ ਵੱਲੋਂ ਹੋ ਸਕਦਾ ਉਹਨੂੰ ਗਲਤਫਹਿਮੀ ਜ਼ਰੂਰ ਇਹੋ ਜਿਹੀ ਹੋ ਸਕਦੀ ਹੈ ਕਿ ਉਹ ਸਹੀ ਤੁਰ ਰਿਹਾ ਹੈ, ਸਹੀ ਰਾਹ ਜਾ ਰਿਹਾ ਹੈ, ਸੱਚਿਆਰ ਦੇ ਮਾਰਗ ਤੇ ਤੁਰ ਰਿਹਾ ਹੈ,
ਪਰ ਨਹੀਂ, ਗੁਰੂ ਬਿਨਾਂ ਨਹੀਂ। ਕਿਉਂਕਿ ਗੁਰੂ ਸਾਹਿਬ ਕਹਿੰਦੇ ਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਦੇ ਬਿਨਾਂ ਤੇ ਏਦਾਂ ਹੈ, ਮੰਨ ਲਵੋ ਬਸ ਅੰਧੇਰਾ ਹੀ ਅੰਧੇਰਾ ਹੈ, ਅਗਿਆਨਤਾ ਹੀ ਅਗਿਆਨਤਾ ਹੈ। ਕਈ ਇਸ ਕਰਦੇ ਆ, ਦੇਖਿਆ ਗਿਆ ਹੈ, ਸਰੀਰਕ ਤੌਰ ਤੇ ਬਹੁਤ ਉਦਮੀ ਹੁੰਦੇ ਆ, ਮਿਹਨਤੀ ਹੁੰਦੇ ਆ, ਜੋੜੇ ਕਾਰਜ 'ਚ ਲੱਗੇ ਰਹਿੰਦੇ ਆ, ਝਾੜੂ ਕਰਦੇ ਆ, ਹੋਰ ਲੰਗਰ ਪ੍ਰਸ਼ਾਦੇ ਦੀ ਸੇਵਾ ਕਰਦੇ ਆ, ਦਾਨ ਪੁੰਨ ਕਰਦੇ ਆ, ਪਰ ਆਗੂ ਜਿਹੜਾ ਹੈ ਉਹ ਗੁਰੂ ਨੇ ਨਹੀਂ ਬਣਾਉਂਦੇ, ਭਾਵ ਖੰਡੇ ਬਾਟੇ ਦੀ ਪੋਲ ਨਹੀਂ ਚੱਲਦੇ। ਇਸ ਲਈ ਜੀਵਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਦੁੱਖ ਵਿੱਚ ਜਿਹੜਾ ਹੈ ਉਹ ਹਮੇਸ਼ਾ ਉਹਨੂੰ ਰਹਿਣਾ ਪੈਂਦਾ ਹੈ, ਬਤੀਤ ਹੁੰਦਾ ਹੈ ਦੁੱਖ ਵਿੱਚ ਜੀਵਨ। ਕਾਰਨ ਕੀ ਹੈ? ਕਿਉਂਕਿ ਗੁਰ ਦੀ ਮੱਤ ਨਹੀਂ ਲਿੱਤੀ। ਗੁਰ ਦੀ ਮੱਤ ਕਦੋਂ ਲਵਾਂਗੇ? ਜਦ ਗੁਰੂ ਨੂੰ ਧਾਰਾਂਗੇ ਤਾਂ ਹੀ ਤਾਂ ਉਹਦੀ ਮੱਤ ਆਏਗੀ ਨਾ। ਤੇ ਸੁਖਮਨੀ ਸਾਹਿਬ ਵਿੱਚ ਕਿੰਨੀ ਵਾਰ ਪੜ੍ਹ ਲਿੱਤਾ, ਗੁਰ ਕੀ ਮੱਤ ਤੂੰ ਲੇਹ ਇਆਨੇ। ਗੁਰੂ ਦੀ ਮੱਤ ਲੈ ਲੈ, ਕਿਹਨੂੰ ਕਿਹਾ? ਤੂੰ, ਯਾਨੀ ਕਿ ਸਾਨੂੰ ਕਹਿ ਰਹੇ ਨੇ, ਗੁਰ ਕੀ ਮੱਤ ਤੂੰ ਲੇਹ ਇਆਨੇ। ਹੇ ਮੂਰਖ, ਇਆਨੇ ਭਾਵ ਮੂਰਖ, ਜਿਹਨੂੰ ਸੋਝੀ ਨਹੀਂ ਹੁੰਦੀ ਉਹਨੂੰ ਇਆਨਾ ਕਿਹਾ ਗਿਆ। ਤੇ ਹੇ ਮੂਰਖ, ਗੁਰੂ ਦੀ ਮੱਤ ਲੈ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੇ ਜਿਹੜੀ ਭਗਤੀ ਆ, ਭਗਤੀ ਤੋਂ ਬਿਨਾ ਅੱਛੇ ਤੋਂ ਅੱਛਾ ਸਿਆਣਾ ਜਿਹੜਾ ਉਹ ਵੀ ਡੁੱਬ ਗਿਆ, ਉਹਨੂੰ ਸਮਝ ਨਹੀਂ ਆ ਪਾਈ। ਹੁਣ ਉਹ ਭਗਤੀ ਦੇ ਬਾਰੇ ਦੱਸੇਗਾ ਕੌਣ? ਉਹ ਮਾਰਗ ਦੱਸੇਗਾ ਕੌਣ? ਉਹ ਗੁਰੂ ਹੀ ਦੱਸ ਸਕਦਾ ਹੈ ਨਾ। ਤੇ ਸਾਰਾ ਕੁਝ ਜਿਹੜਾ ਉਹ ਪ੍ਰਵਾਨ ਹੈ, ਪਰ ਪਹਿਲੇ ਨੰਬਰ ਤੇ ਗੁਰੂ ਹੈ। ਅਗਰ ਟੀਚਰ ਹੀ ਨਹੀਂ ਹੈ ਤੇ ਭਾਵੇਂ ਤੁਸੀਂ ਜਿੰਨਾ ਮਰਜ਼ੀ ਉਦਮ ਉਪਰਾਲਾ ਕਰ ਲਵੋ, ਅਸੀਂ ਕੋਸ਼ਿਸ਼ ਕਰੀਏ ਹਾਂਜੀ ਕਿਤਾਬ ਦੇ ਨਾਲ ਅਸੀਂ ਖੁਦ ਹੀ ਪੜ੍ਹ ਲਾਂਗੇ ਜੀ, ਪਰ ਪ੍ਰੈਕਟੀਕਲ ਇਹ ਚੀਜ਼ ਪ੍ਰੂਫ ਹੋ ਭਾਈ। ਅੱਜ ਤੇ ਬੱਚੇ ਟਿਊਸ਼ਨ ਵੀ ਜਾਂਦੇ ਆ, ਸਕੂਲ ਦੇ ਬਾਅਦ ਟਿਊਸ਼ਨ ਵੀ ਜ਼ਰੂਰੀ ਹੈ, ਔਰ ਖਾਸ ਕਰ ਹਰ ਇੱਕ ਸਬਜੈਕਟ ਦੀ ਅਲੱਗ ਤੋਂ ਟਿਊਸ਼ਨ ਲਗਾਈ ਜਾ ਰਹੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਕਿੰਨਾ ਵੱਡਾ ਰੋਲ ਪਲੇ ਹੈ। ਪਰ ਜਿੱਥੇ ਦੁਨਿਆਵੀ ਤੌਰ ਤੇ ਬੜੇ ਚੰਗੇ ਤਰੀਕੇ ਨਾਲ ਸਮਝ ਆ ਗਿਆ ਕਿ ਭਾਈ ਟੀਚਰ ਬਿਨਾਂ ਨਹੀਂ ਸਰਨਾ, ਪਰ ਅਧਿਆਤਮਕ ਤੌਰ ਤੇ, ਮਨ ਦੇ ਪੱਧਰ ਤੇ ਇਹ ਗੱਲ ਸਮਝਣ ਲਈ ਕਈ ਵਾਰ ਕਿੰਨੀਆਂ ਜ਼ਿੰਦਗੀਆਂ ਨਿਕਲ ਜਾਂਦੀਆਂ, ਬੰਦਾ ਗੁਰੂ ਹੀ ਨਹੀਂ ਧਾਰਦਾ। ਜਦਕਿ ਸਾਨੂੰ ਰਹਿਤ ਮਰਿਆਦਾ ਵਿੱਚ ਵੀ ਇਹ ਪ੍ਰਮਾਣ ਮਿਲਦਾ, ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਚਕੇ। ਕਿ ਜੇ ਤੂੰ ਰਹਿਤਵਾਨ ਹੋਣਾ ਚਾਹੁੰਦਾ ਹੈ, ਗੁਰੂ ਦਾ ਸਿੱਖ ਬਣਨਾ ਚਾਹੁੰਦਾ ਹੈ, ਗੁਰੂ ਸਾਹਿਬ ਜਿਹੜਾ ਸਾਨੂੰ ਬਚਨ ਕਰਦੇ ਆ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਜੋ ਰਹਿਤਨਾਮੇ 'ਚ ਸਾਨੂੰ ਮਿਲਦੇ ਆ ਗੁਰੂ ਦੇ ਪਿਆਰਿਆਂ ਤੋਂ, ਤੇ ਰਹਿਣੀ ਰਹਿ ਸੋਈ ਸਿੱਖ ਮੇਰਾ, ਕਿ ਜੋ ਰਹਿਤ ਵਿੱਚ ਰਹਿੰਦਾ ਉਹੀ ਮੇਰਾ ਸਿੱਖ ਹੈ ਨਾ। ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਨੂੰ ਮਿਲਦਾ ਹੈ ਪ੍ਰਮਾਣ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਉਹੀ ਹੈਗਾ ਨਾ ਸਿੱਖ ਸਖਾ ਬੰਦਪ, ਜਿਹੜਾ ਗੁਰੂ ਦਾ ਭਾਣਾ ਜਿਹੜਾ ਉਹਦੇ ਅੰਦਰ ਆਵੇ, ਉਹਦੇ ਭਾਣੇ ਨੂੰ ਮੰਨੇ। ਪਰ ਔਖਾ ਬੜਾ ਹੈ। ਤੇ ਜਿਵੇਂ ਪਵਨ ਜਿਹੜੀ ਹੈ, ਦੇਖੋ ਕਿੰਨੀ ਇੰਪੋਰਟੈਂਟ ਹੈ ਨਾ, ਇਹਦੇ ਬਗੈਰ ਜਿਹੜਾ ਸਰੀਰ ਨਹੀਂ ਚੱਲਦਾ। ਇਸੇ ਤਰੀਕੇ ਨਾਲ ਜਿਹੜਾ ਮਨ ਹੈ ਨਾ, ਇਹਦੇ ਲਈ ਗੁਰੂ ਬਹੁਤ ਜ਼ਰੂਰੀ ਹੈ। ਗੁਰੂ ਨਹੀਂ, ਇਹਦੀ ਗੱਤ ਨਹੀਂ ਹੈ। ਪਾਣੀ ਪਿਤਾ, ਹੁਣ ਪਾਣੀ ਜਿਹੜਾ ਹੈ ਇਹਦਾ ਵੀ ਬੜਾ ਵੱਡਾ ਰੋਲ ਹੈ। ਪਾਣੀ ਬਗੈਰ ਵੀ ਜਿਹੜਾ ਸਰੀਰ ਜਿਹੜਾ ਕੁਝ ਘੰਟਿਆਂ ਵਾਸਤੇ ਕਹਿ ਸਕਦੇ ਹਾਂ ਕਿ ਹਾਂ ਬਿਨਾਂ ਪਾਣੀ ਤੋਂ ਕੋਈ ਰਹਿ ਜਾਵੇ, ਪਰ ਕਵੇ ਕਿ ਬਈ ਪਾਣੀ ਬਗੈਰ ਵੀ ਜੀਵਨ ਹੈ, ਤੇ ਨਹੀਂ, ਪਾਣੀ ਬਗੈਰ ਜੀਵਨ ਨਹੀਂ। ਪਾਣੀ ਜਿਹੜਾ ਹੈ ਇਹ ਵੀ ਜੀਵਨ ਹੈ, ਸਰੀਰ ਲਈ ਜੀਵਨ ਹੈ। ਪੌਦਿਆਂ ਨੂੰ ਪਾਣੀ ਨਾ ਦਿਓ, ਕੀ ਹੋਏਗਾ? ਮੁਰਝਾ ਜਾਣਗੇ। ਤੇ ਵੇਖਿਆ ਗਿਆ ਜੀਵ ਜੰਤੂ ਜਿਹੜੇ ਆ ਸਾਰੇ ਜਿਹੜੇ ਆ ਪਾਣੀ ਦੇ ਆਸਰੇ ਆ। ਤੇ ਕਿਤੇ ਨਾ ਕਿਤੇ ਜਿਹੜਾ ਹੈ ਪਾਣੀ ਜਿਹੜਾ ਹੈ ਇਹ ਵੀ ਜ਼ਰੂਰੀ ਹੈ। ਤੇ ਗੁਰੂ ਸਾਹਿਬ ਨੇ ਕਿਹਾ ਜਿਵੇਂ ਪਾਣੀ ਸਰੀਰ ਵਾਸਤੇ ਜ਼ਰੂਰੀ ਹੈ, ਤੇ ਪਿਤਾ ਜਿਹੜਾ ਉਹ ਜਿਹੜਾ ਤੇਰਾ ਹੈ ਉਹ ਮਨ ਵਾਸਤੇ ਜ਼ਰੂਰੀ ਹੈ। ਹੁਣ ਇੱਥੇ ਕਿਹੜੇ ਪਿਤਾ ਦੀ ਗੱਲ ਕੀਤੀ ਗਈ? ਪਿਤਾ ਜਿਹੜਾ ਹੈ ਉਹ ਸੰਤੋਖ ਰੂਪੀ ਪਿਤਾ। ਅਕਸਰ ਵੇਖਿਆ ਗਿਆ ਮਾਂ ਹੋਰ ਬਾਪ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਾਡੇ ਜੀਵਨ ਵਿੱਚ। ਮਾਂ ਬਾਪ ਬਗੈਰ ਤੇ ਜੀਵਨ ਹੀ ਨਹੀਂ ਹੋਇਆ ਨਾ, ਪਹਿਲੀ ਗੱਲ ਤੇ ਇਹ ਹੈ। ਤੇ ਉਸ ਤੋਂ ਬਾਅਦ ਵੀ ਮਾਂ ਬਾਪ ਹੀ ਹੁੰਦੇ ਆ। ਉਸ ਤੋਂ ਬਗੈਰ ਜਿਹੜਾ ਹੈ ਕਿਤੇ ਨਾ ਕਿਤੇ ਸਾਨੂੰ ਪਤਾ ਲੱਗ ਜਾਂਦਾ ਕਿ ਹਾਂ ਬਈ ਕਿੰਨੀ ਅਹਿਮੀਅਤ ਹੈ ਇਸ ਜੀਵਨ ਦੀ। ਅਗਰ ਮਾਤਾ ਪਿਤਾ ਇਸ ਜੀਵਨ ਵਿੱਚ ਹਨ, ਅਗਰ ਮਾਤਾ ਪਿਤਾ ਹੀ ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਆ, ਉਹਨਾਂ ਦਾ ਵੀ ਆਪਣਾ ਕਿੰਨਾ ਵੱਡਾ ਰੋਲ ਪਿਆ। ਤੇ ਹੁਣ ਕਈ ਵਾਰ ਅਸੀਂ ਵੇਖਿਆ ਗਿਆ ਕਿ ਪਿਤਾ ਦੇ ਮਾਣ ਤੇ ਕਈ ਵਾਰ ਬੱਚਾ ਜਿਹੜਾ ਅਣਗਹਿਲੀਆਂ ਵੀ ਕਰ ਜਾਂਦਾ, ਕਹਿੰਦਾ ਕੋਈ ਗੱਲ ਨਹੀਂ, ਮੇਰਾ ਪਿਓ ਹੈਗਾ, ਪਿਓ ਬੈਠਾ ਮੇਰਾ, ਕੋਈ ਦਿੱਕਤ ਨਹੀਂ ਹੈ।
ਕਈ ਵਾਰ ਅਕਸਰ ਜਿਵੇਂ ਅਗਰ ਮੰਨ ਲਓ ਕੋਈ ਬਹੁਤ ਵੱਡੇ ਅਮੀਰ ਦੀ ਔਲਾਦ ਹੈ ਤੇ ਕਈ ਵਾਰ ਹੋ ਸਕਦਾ ਪੜ੍ਹੇ ਵੀ ਨਾ ਧਿਆਨ ਨਾਲ, ਪੜ੍ਹਾਈ 'ਚ ਉਹਦਾ ਮਨ ਨਹੀਂ ਲੱਗਦਾ ਕਿਉਂ, ਉਹਨੂੰ ਪਤਾ ਹੈ ਕਿ ਕੋਈ ਗੱਲ ਨਹੀਂ ਜੀ, ਪਿਓ ਕੋ ਬਥੇਰਾ ਪੈਸਾ ਹੈ, ਕੋਈ ਗੱਲ ਨਹੀਂ, ਐਸ਼ ਹੋ ਜਾਏਗੀ, ਚੱਲ ਜਾਏਗਾ, ਕੰਮ ਸੜ ਜਾਏਗਾ। ਤੇ ਕਹਿਣ ਤੋਂ ਭਾਵ ਇਹ ਹੈ ਕਿ ਪਿਤਾ ਜਿਹੜਾ ਹੈ ਉਹਦਾ ਆਪਣਾ ਇੱਕ ਰੋਲ ਪਲੇ ਇਸ ਜੀਵਨ ਦੇ ਵਿੱਚ ਹੈ। ਇਸੇ ਤਰੀਕੇ ਦੇ ਨਾਲ ਜੋ ਬਾਣੀ ਵਿੱਚ ਜਿਸ ਨੂੰ ਪਿਤਾ ਕਿਹਾ ਗਿਆ ਹੈ ਉਹ ਪਿਤਾ ਹੈ ਸੰਤੋਖ। ਜਿਵੇਂ ਦੁਨਿਆਵੀ ਪਿਤਾ ਇੱਕ ਹੌਸਲਾ ਅਫਜ਼ਾਈ ਕਰ ਦਿੰਦਾ ਹੈ ਬੱਚੇ ਦੀ, ਕੋਈ ਗੱਲ ਨਹੀਂ, ਕਈ ਵਾਰ ਪਿਤਾ ਵੀ ਕਹਿ ਦਿੰਦਾ ਕੋਈ ਗੱਲ ਨਹੀਂ ਬੇਟਾ, ਤੂੰ ਮਿਹਨਤ ਕਰ, ਪੜ੍ਹ, ਕੋਈ ਗੱਲ ਨਹੀਂ, ਜਿੰਨਾ ਤੇਰੇ ਤੇ ਪੈਸਾ ਲੱਗੇਗਾ ਮੈਂ ਲਾਵਾਂਗਾ, ਇੱਕ ਹੌਸਲਾ ਦੇ ਦਿੰਦਾ। ਅਗਰ ਹੁਸ਼ਿਆਰ ਬੱਚਾ ਹੈ ਤੇ ਪਿਤਾ ਵੀ ਪਿੱਛੇ ਨਹੀਂ ਹਟਦਾ, ਉਸਨੂੰ ਵੱਡੇ ਤੋਂ ਵੱਡਾ ਕੋਰਸ ਕਰਾਉਣ ਦੀ ਕੋਸ਼ਿਸ਼ ਕਰਦਾ ਹੈ, ਪੜ੍ਹਿਆ ਲਿਖਿਆ ਬਣਾਉਣ ਦੀ ਕੋਸ਼ਿਸ਼ ਕਰਦਾ ਦੁਨਿਆਵੀ ਪੱਧਰ ਤੇ ਇਹ ਗੱਲ ਸਮਝ ਆਈ ਕਿੰਨਾ ਹੌਸਲਾ ਮਿਲਦਾ ਪਿਤਾ ਤੋਂ। ਪਿਤਾ ਦਾ ਇੱਕ ਬਹੁਤ ਵੱਡਾ ਸਿਰ ਤੇ ਕਹਿ ਸਕਦੇ ਹਾਂ ਜਿਵੇਂ ਸਰੀਰ ਰੂਪੀ ਸਾਡਾ ਕਿੰਨਾ ਵੱਡਾ ਜਿਹੜਾ ਹੱਥ ਹੁੰਦਾ ਹੈ, ਇਸੇ ਤਰੀਕੇ ਦੇ ਨਾਲ ਯਾਨੀ ਕਿ ਉਹ ਕੀ ਕੰਮ ਕਰ ਰਿਹਾ ਜੀ, ਹੌਸਲਾ ਅਫਜ਼ਾਈ ਕਰਦਾ ਹੈ। ਤੇ ਸੰਤੋਖ ਅਸੀਂ ਜਿਵੇਂ ਕਿ ਪਹਿਲੇ ਵੀ ਪੜ੍ਹਿਆ ਸੀਗਾ ਕਿ ਜਿੱਥੇ ਤ੍ਰਿਪਤੀ ਹੈ, ਜਿੱਥੇ ਸਬਰ ਹੈ। ਹੁਣ ਮਨ ਲਈ ਅਜਿਹਾ ਪਿਤਾ ਬੜਾ ਜ਼ਰੂਰੀ ਹੈ। ਜਿੱਥੇ ਭਵਨ ਜ਼ਰੂਰੀ ਹੈ ਯਾਨੀ ਕਿ ਗੁਰੂ ਜ਼ਰੂਰੀ ਹੈ, ਤੇ ਫਿਰ ਨਾਲ ਦੇ ਨਾਲ ਕਿਉਂਕਿ ਹੁਣ ਗੁਰੂ ਤੋਂ ਸਿੱਖਿਆ ਲੈਣੀ ਹੈ ਤੇ ਫਿਰ ਜਲਦਬਾਜ਼ੀ ਨਹੀਂ ਕਰਨੀ, ਫਿਰ ਸੰਤੋਖ ਦੀ ਲੋੜ ਹੈ। ਫਿਰ ਪਾਣੀ ਪਿਤਾ ਜੋ ਸੰਤੋਖ ਰੂਪੀ ਜੋ ਪਿਤਾ ਹੈ, ਇਸ ਦੀ ਬਹੁਤ ਜ਼ਿਆਦਾ ਲੋੜ ਹੈ ਮਨ ਨੂੰ, ਇਸ ਤੋਂ ਬਗੈਰ ਗਤੀ ਨਹੀਂ। ਅਗਰ ਸਬਰ ਨਹੀਂ ਹੋਏਗਾ ਤਾਂ ਜੋ ਕਿ ਅਸੀਂ ਸਾਰੇ ਇਹ ਜੋ ਗੱਲਾਂ ਹਨ ਅਸੀਂ ਇਸ ਨੂੰ ਥੋੜ੍ਹਾ ਜਿਹਾ ਅਸੀਂ ਪਹਿਲੇ ਵੀ ਵਿਚਾਰ ਚੁੱਕੇ ਹਾਂ, ਜਿਸ ਜੋ ਖੰਡ ਆਏ ਸੀਗੇ ਉਹਦੇ ਵਿੱਚ ਵੀ ਅਸੀਂ ਗੱਲ ਕੀਤੀ ਸੀਗੀ। ਥੋੜ੍ਹਾ ਜਿਹਾ ਅਗਰ ਰਿਵਾਈਂਡ ਕਰ ਸਕੋ, ਅਗਰ ਦੁਬਾਰਾ ਆਪ ਕਰ ਸਕਦੇ ਹੋ। ਅਜੇ ਫਿਲਹਾਲ ਅਸੀਂ ਸ਼ਲੋਕ ਵਿੱਚ ਹੀ ਰਹਿਣਾ। ਤੇ ਪਾਣੀ ਪਿਤਾ ਯਾਨੀ ਕਿ ਜਿਵੇਂ ਸਰੀਰ ਲਈ ਪਾਣੀ ਹੈ ਉਵੇਂ ਹੀ ਮਨ ਲਈ ਸੰਤੋਖ ਹੈ, ਸੰਤੋਖ ਰੂਪੀ ਜਿਹੜਾ ਪਿਤਾ ਉਹ ਬੜਾ ਜ਼ਰੂਰੀ, ਯਾਨੀ ਕਿ ਸਬਰ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਮਾਤਾ ਧਰਤ ਮਹਤ, ਜਿਵੇਂ ਹੁਣ ਇਹ ਧਰਤੀ ਹੈ, ਧਰਤੀ ਵਿੱਚ ਕੀ ਹੋ ਰਿਹਾ, ਧਰਤੀ ਵਿੱਚ ਜਿਹੜਾ ਹੈ ਅੰਨ, ਜਿਹੜਾ ਧਰਤੀ ਸਾਨੂੰ ਅੰਨ ਦਿੰਦੀ ਹੈ, ਅਸੀਂ ਕਿੱਥੇ ਰਹਿ ਰਹੇ ਹਾਂ, ਧਰਤੀ ਤੇ ਰਹਿ ਰਹੇ ਹਾਂ। ਤੇ ਸਰੀਰ ਕੀ ਹੈ, ਸਰੀਰ ਮਿੱਟੀ ਤੋਂ ਹੀ ਬਣਿਆ, ਤੇ ਜੋ ਹੁਣ ਇਹ ਮਿੱਟੀ ਹੀ ਕਹਿ ਸਕਦੇ ਇਹਨੂੰ ਪਾਲ ਰਹੀ ਹੈ, ਕਿਉਂਕਿ ਮਿੱਟੀ ਤੋਂ ਜਿਹੜਾ ਅੰਨ ਬਣਦਾ ਪਿਆ। ਜਿਵੇਂ ਵੈਲਿਊ ਹੈ ਧਰਤੀ ਦੀ ਇਸ ਸਰੀਰ ਵਾਸਤੇ, ਮਾਤਾ ਧਰਤ ਮਹਤ ਭਾਵ ਹੁੰਦਾ ਹੈ ਇੱਥੇ ਜੋ ਵੈਸੇ ਭਾਵ ਜੋ ਜ਼ਿਆਦਾਤਰ ਕੀਤਾ ਗਿਆ ਉਹ ਹੈ ਵੱਡੀ, ਤੈਨੂੰ ਵੱਡਾ ਵੀ ਕਹਿ ਸਕਦੇ ਹਾਂ, ਜਿਵੇਂ ਇੱਕ ਬਹੁਤ ਵੱਡਾ ਰੋਲ ਪਲੇ ਹੁੰਦਾ ਹੈ ਇਸ ਧਰਤੀ ਦਾ ਇਸ ਸਰੀਰ ਵਾਸਤੇ ਜੋ ਕਿ ਜ਼ਰੂਰੀ ਹੈ। ਇਸ ਲਈ ਇਹਨੂੰ ਕਈ ਵਾਰ ਕੰਪੇਅਰ ਕੀਤਾ ਜਾਂਦਾ ਹੈ ਕਿ ਇਹ ਧਰਤੀ ਮਾਂ ਹੈ। ਪਰ ਉਹ ਗੱਲ ਵੱਖਰੀ ਹੈ ਕਿ ਕਈ ਵਾਰ ਸੀਮਿਤ ਸੋਚ ਵਾਲੇ ਜਿਹੜੇ ਮਨੁੱਖ ਆ ਉਹ ਕਿਸੇ ਇੱਕ ਹੀ ਦੇਸ਼ ਨੂੰ ਸਮਝ ਲੈਂਦੇ ਆ ਕਿ ਹਾਂ ਇਹ ਮਾਂ ਹੈ, ਪਰ ਅਗਰ ਮਾਂ ਹੈ ਤੇ ਪੂਰੀ ਧਰਤੀ ਮਾਂ ਹੈ ਨਾ। ਇੰਡੀਆ ਵਿੱਚ ਰਹਿਣ ਵਾਲੇ ਵਾਸਤੇ ਇਹ ਨਹੀਂ ਕਿ ਸਿਰਫ ਇੰਡੀਆ ਮਾਂ ਹੈ, ਕਿਉਂਕਿ ਜਿੱਥੇ ਬੰਦਾ ਪੈਦਾ ਹੁੰਦਾ ਉੱਥੇ ਥੋੜਾ ਜਿਹਾ ਲਗਾਵ ਜ਼ਿਆਦਾ ਹੁੰਦਾ ਹੈ। ਪਰ ਅਗਰ ਥੋੜੀ ਜਿਹੀ ਜਿਹੜੀ ਸੋਚ ਦਾ ਦਾਇਰਾ ਵੱਡਾ ਕਰਕੇ ਜਦ ਗੁਰੂ ਦੀ ਮੱਤ ਮਿਲਦੀ ਹੈ ਫਿਰ ਇਹ ਗੱਲਾਂ ਸਮਝ ਆਉਂਦੀਆਂ ਕਿ ਬਈ ਇੰਡੀਆ ਵਿੱਚ ਵੀ ਇੰਡੀਆ ਜਿਹੜੀ ਹੈ ਉਹ ਕਿਹਦੇ ਅਧੀਨ ਹੈ, ਯੂਕੇ ਕੋਈ ਅਲੱਗ ਹੈ, ਜਿਹੜਾ ਅਮਰੀਕਾ ਹੈ, ਕਨਾਡਾ ਹੈ, ਆਸਟ੍ਰੇਲੀਆ ਉਹ ਅਲੱਗ ਹੈ, ਸਾਰੇ ਤਾਂ ਕਿਤੇ ਨਾ ਕਿਤੇ ਧਰਤੀ ਆ ਨਾ। ਤੇ ਫਿਰ ਸਾਰੀ ਧਰਤੀ ਫਿਰ ਕਿਉਂ ਨਹੀਂ ਹੋਈ ਮਾਤਾ ਨੂੰ। ਫਿਰ ਇਹ ਸੀਮਿਤ ਦਾਇਰੇ ਵਾਲੇ ਜਿਹੜੇ ਆ ਉਹ ਅਜਿਹੇ ਕਹਿ ਸਕਦੇ ਆ ਕਿ ਆਪਾਂ ਉਹ ਅਜਿਹੀਆਂ ਗੱਲਾਂ ਕਰਦੇ ਆ, ਕਿਸੇ ਇੱਕ ਪਾਰਟਿਕੂਲਰ ਦੇਸ਼ ਨੂੰ ਕਹਿ ਦਿੰਦੇ ਆ ਕਿ ਹਾਂ ਜੀ ਇਹ ਤੇ ਮਾਂ ਹੈ। ਪਰ ਅਗਰ ਮਾਤਾ ਹੈ ਤੇ ਫਿਰ ਪੂਰੀ ਜਿਹੜੀ ਧਰਤੀ ਹੈ ਨਾ ਇਹ ਸਾਰੀ, ਕਿਉਂਕਿ ਉਸ ਪਰਮਾਤਮਾ ਦੀ ਧਰਤੀ ਹੈ, ਤੇ ਅਗਰ ਪਿਆਰ ਕਰਨਾ ਹੈ ਤੇ ਫਿਰ ਪੂਰੀ ਧਰਤੀ ਨਾਲ, ਪੂਰੀ ਕੁਦਰਤ ਦੇ ਨਾਲ ਪਿਆਰ ਕਰਨਾ ਹੈ, ਕਿਉਂਕਿ ਇਹ ਜਿਹੜੀ ਕੁਦਰਤ ਹੈ ਜੋ ਧਰਤੀ ਹੈ ਇਹ ਮਾਤਾ ਰੂਪੀ ਹੈ, ਕਿਉਂਕਿ ਇਹ ਜੀਵਨ ਦੇ ਰਹੀ ਹੈ। ਤੇ ਮਾਤਾ ਧਰਤ ਮਹਤ, ਜਿਵੇਂ ਸਰੀਰ ਵਾਸਤੇ ਜਿਵੇਂ ਮਾਤਾ ਦੀ ਅਹਿਮੀਅਤ ਹੈ, ਜੋ ਵੱਡੀ ਮਾਤਾ ਕਹਿ ਸਕਦੇ ਹਾਂ ਕਿ ਵੱਡੀ ਅਹਿਮੀਅਤ ਹੈ, ਇਸੇ ਤਰੀਕੇ ਦੇ ਨਾਲ ਮਨ ਦੇ ਲਈ ਕਿਹੜੀ ਮਾਤਾ ਦੀ ਅਹਿਮੀਅਤ ਹੈ। ਮਨ ਦੇ ਲਈ ਮਾਤਾ ਹੈ ਮਤ ਮਾਤਾ, ਇੱਕ ਪੂਰੀ ਤੁਕ ਮੈਂ ਆਪ ਜੀ ਨੂੰ ਦੱਸ ਦੇਣਾ ਬਾਣੀ ਵਿੱਚੋਂ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ, ਇੱਕ ਤੁਕ ਹੈ ਬਾਣੀ ਦੀ ਜਿਹਦੇ ਵਿੱਚ ਸਾਨੂੰ ਪ੍ਰਮਾਣ ਦਿੱਤਾ ਗਿਆ ਹੈ ਕਿ ਮਤ ਕੌਣ ਹੈ ਤੇ ਸੰਤੋਖ ਕੌਣ ਹੈ। ਇੱਕ ਕੰਪੈਰੀਜ਼ਨ ਕੀਤਾ ਗਿਆ ਮਾਤਾ ਪਿਤਾ ਜਿਵੇਂ। ਤੇ ਅਗਰ ਮਤ ਨਹੀਂ ਹੈ ਤੇ ਕੁਛ ਨਹੀਂ ਹੈ। ਕਈ ਵਾਰ ਕਹਿ ਦਿੰਦੇ ਹਾਂ ਅਸੀਂ ਇਹਦੀ ਤੇ ਮੱਤ ਮਾਰੀ ਗਈ,
ਹੁਣ ਇਹ ਨਹੀਂ ਕਿ ਬੰਦਾ ਮਰਿਆ ਹੁੰਦਾ, ਨਹੀਂ, ਬੰਦਾ ਦੇ ਕੋਲ ਸਭ ਕੁਝ ਹੁੰਦਾ, ਹੱਥ ਪੈਰ ਸਭ ਕੁਝ ਹੁੰਦੇ ਆ। ਅਗਰ ਮਾਤੀ ਮਾਰੀ ਗਈ ਤੇ ਬੰਦਾ ਕੱਖ ਦਾ ਨਹੀਂ ਰਹਿੰਦਾ। ਚੰਗਾ ਭਲਾ ਜਿਹੜਾ ਬੰਦਾ ਹੈ ਉਹਦੀ ਮਾਤੀ ਮਾਰੀ ਜਾਏ ਉਹ ਫਿਰ ਕੱਖਾਂ ਦਾ ਹੋ ਜਾਂਦਾ, ਭਾਵੇਂ ਜਿੰਨੇ ਮਰਜ਼ੀ ਗੁਣ ਹੋਣ। ਤੇ ਮਾਤਾ ਜਿਹੜੀ ਹੈ, ਯਾਨੀ ਕਿ ਜਿਹੜੀ ਇਹ ਮੱਤ ਹੈ, ਜੋ ਕਿ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹੁਣ ਇੱਥੇ ਕਿਹੜੀ ਮਾਤਾ ਦੀ ਗੱਲ ਕੀਤੀ ਗਈ? ਮੱਤ ਰੂਪੀ ਮਾਤਾ। ਤੇ ਧਿਆਨ ਰੱਖਣਾ ਪਏਗਾ ਕਿ ਮੱਤ ਦਾ ਜਿਹੜਾ ਹੈ ਉਹ ਬਹੁਤ ਵੱਡਾ ਰੋਲ ਹੈ, ਕਿਉਂਕਿ ਇਹ ਜੋ ਮੱਤ ਹੈ ਇਹੀ ਤੇ ਕੰਟਰੋਲ ਕਰ ਰਹੀ ਹੈ ਨਾ ਸਾਡੇ ਸਾਰੇ ਇੰਦਰੀਆਂ ਨੂੰ। ਕੰਟਰੋਲ ਕੌਣ ਕਰ ਰਿਹਾ ਹੈ? ਇਹ ਮੱਤ ਹੀ ਤਾਂ ਕਰ ਰਹੀ ਹੈ। ਗਿਆਨ ਇੰਦਰੀ ਕਰਮ ਇੰਦਰੀ ਨੂੰ ਕੰਟਰੋਲ ਕੌਣ ਕਰ ਰਿਹਾ ਹੈ? ਇਹ ਮੱਤ ਕਰ ਰਹੀ ਹੈ। ਤੇ ਮਾਤਾ ਧਰਤ, ਮੱਤ ਜਿਵੇਂ ਸਰੀਰ ਵਾਸਤੇ ਜਿਵੇਂ ਇਹ ਧਰਤੀ ਆ ਮਾਤਾ ਰੂਪ ਹੈ, ਉਸੇ ਤਰੀਕੇ ਨਾਲ ਮਨ ਦੇ ਲਈ ਕੌਣ ਹੈ ਮਾਤਾ? ਮਨ ਦੇ ਲਈ ਮਾਤਾ ਹੈ ਮੱਤ। ਦਿਵਸ ਰਾਤ ਦੋਏ ਦਾਈ ਦਾਇਆ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਤੇ ਦਿਨ ਤੇ ਰਾਤ ਜਿਵੇਂ ਅਸੀਂ ਸਾਰੇ ਜਿਹੜੇ ਜੀਵ ਆ ਤੇ ਦਿਨ ਹੋਰ ਰਾਤ ਵਿੱਚ ਹੀ ਕਾਰ ਵਿਹਾਰ ਆਪਣੇ ਕਰ ਰਹੇ ਹਾਂ, ਜੋ ਵੀ ਕਰ ਰਹੇ ਹਾਂ ਉਹਦੇ ਬਾਰੇ ਅਗਲੇ ਤੁਕ ਵਿੱਚ ਵਿਚਾਰ ਹੋਏਗੀ। ਤੇ ਪਰ ਇਹ ਦਿਨ ਔਰ ਰਾਤ ਜਿਹੜੇ ਆ ਇਹਦੇ ਵਿੱਚ ਹੀ ਇਹ ਸਾਰਾ ਜਿਹੜਾ ਜਗਤ ਹੈ ਇਹ ਖੇਲ ਰਿਹਾ। ਤੇ ਇਹਨੂੰ ਐਗਜ਼ਾਮਪਲ ਦਿੱਤਾ ਗਿਆ ਜਿਵੇਂ ਦਾਈ ਦਾਇਆ ਹੋਣ। ਅੱਜ ਦੇ ਟਾਈਮ ਤੇ ਵੀ ਦਾਈ ਵਰਡ ਯੂਜ਼ ਹੁੰਦਾ ਹੈ, ਜਿਵੇਂ ਘਰ ਵਿੱਚ ਕਹਿ ਸਕਦੇ ਹਾਂ, ਜਿਵੇਂ ਬੱਚਿਆਂ ਦੇ ਦੇਖ ਰੇਖ ਲਈ ਦਾਈ ਰੱਖੀ ਜਾਂਦੀ ਹੈ। ਤੇ ਜਿਹੜੇ UK ਕੈਨੇਡਾ ਆਸਟ੍ਰੇਲੀਆ ਵਿੱਚ ਵੀ ਜਿਵੇਂ ਬੱਚਿਆਂ ਦੀ ਸੰਭਾਲ ਵਾਸਤੇ ਉੱਥੇ ਜ਼ਿਆਦਾ ਯੂਜ਼ ਹੁੰਦੇ ਆ, ਕਿਉਂਕਿ ਉੱਥੇ ਜ਼ਿਆਦਾਤਰ ਫੈਮਿਲੀ ਜਿਹੜੀ ਹੈ ਜੌਬਸ ਕਰਦੀ ਹੈ ਤੇ ਬੱਚਿਆਂ ਨੂੰ ਸੰਭਾਲਣ ਲਈ ਰੱਖੇ ਜਾਂਦੇ ਆ। ਤੇ ਅਜਿਹੇ ਟੇਕ ਕੇਅਰਸ ਨੂੰ ਜਿਵੇਂ ਦਾਈ ਦਾਇਆ ਕਹਿ ਸਕਦੇ ਹਾਂ। ਤੇ ਇੱਕ ਹੋਰ ਵਰਡ ਆਉਂਦਾ ਖਿਡਾਵਲ ਤੇ ਖਿਡਾਵੇ, ਤੇ ਜੋ ਕਿ ਥੋੜਾ ਜਿਹਾ ਮਤਲਬ ਕਿ ਸਿੰਪਲ ਭਾਸ਼ਾ ਨਾਲੋਂ ਥੋੜਾ ਜਿਹਾ ਅਲੱਗ ਹੈ, ਪਰ ਉਹ ਵੀ ਇਹਦਾ ਕਹਿ ਸਕਦੇ ਹੈਗਾ। ਤੇ ਦੋਏ ਦਿਨ ਹੋ ਰਾਤ ਅੱਜ ਸਮਝ ਲਓ ਕਿ ਇਦਾਂ ਹਨ ਇਸ ਕੁਦਰਤ ਵਿੱਚ, ਜਿਵੇਂ ਦਾਈ ਦਾਇਆ ਹੁੰਦੇ ਆ ਜਿਹੜੇ ਬੱਚਿਆਂ ਦੀ ਪਾਲਣਾ ਕਰਦੇ ਆ। ਅਗਰ ਮਾਪਿਓ ਅਵੇਲੇਬਲ ਨਹੀਂ ਹੁੰਦੇ, ਮਾਪਿਓ ਅਗਰ ਕੰਮ ਤੇ ਗਏ ਆ ਨਾ, ਜਾਂ ਫਿਰ ਕਈ ਜਿਹੜੇ ਪੈਸੇ ਹੀ ਰੱਖ ਲੈਂਦੇ ਆ ਕਿ ਜਿਨ੍ਹਾਂ ਕੋਲ ਬਹੁਤ ਵਾਧੂ ਪੈਸਾ ਹੈ ਤੇ ਪਰ ਉਹਨਾਂ ਕੋਲ ਸਮਾਂ ਹੀ ਨਹੀਂ ਹੈ, ਉਹਨਾਂ ਨੇ ਆਪਣੇ ਧੰਦੇ ਵੇਖਣੇ ਆ, ਤੇ ਉਹ ਵੀ ਦਾਈ ਦਾਇਆ ਜਿਹੜਾ ਹੈ ਉਹ ਰੱਖਦੇ ਆ ਘਰ ਵਿੱਚ ਬੱਚਿਆਂ ਦੀ ਸੰਭਾਲ ਵਾਸਤੇ। ਤੇ ਇਹ ਹੋਈ ਸਰੀਰ ਦੀ ਗੱਲ। ਖੇਲ ਹੈ ਸਗਲ ਜਗਤ। ਤੇ ਸਮਝ ਲਓ ਕਿ ਇਹ ਦਿਨ ਹੋਰ ਰਾਤ ਵਿੱਚ ਜਿਹੜੇ ਦੋ ਹਨ ਤੇ ਦੋ ਦਾਈ ਦਾਇਆ ਹਨ, ਇਸੀ ਦੇ ਨਾਲ ਹੀ ਜਿਹੜਾ ਹੈ ਇਹ ਸਾਰਾ ਜਿਹੜਾ ਜਗਤ ਹੈ ਉਹ ਖੇਲ ਰਿਹਾ ਹੈ। ਦਿਨ ਰਾਤ ਨੂੰ ਕੰਪੇਅਰ ਕੀਤਾ ਦਾਈ ਦਾਇਆ ਦੇ ਨਾਲ। ਤੇ ਇਸ ਦਾਈ ਦਾਇਆ ਨੇ ਇਹ ਪੂਰੇ ਜਗਤ ਨੂੰ ਸਮਝ ਲਓ ਕਿ ਚਲਾ ਰਹੇ ਹਨ। ਹੁਣ ਇੱਥੇ ਧਿਆਨ ਦੇਣਾ ਪਏਗਾ ਕਿ ਮਨ ਜਿਹੜਾ ਹੈ ਉਹਦੇ ਵਾਸਤੇ ਦਿਨ ਹੋਰ ਰਾਤ ਕਿਹੜੀ ਹੋਈ। ਮਨ ਥੋੜਾ ਜਿਹਾ ਜੋ ਝਾਤ ਮਾਰ ਕੇ ਦੇਖੀ ਜਾਏ ਤੇ ਸਮਝ ਆਏਗਾ ਸੁੱਖ ਹੋਰ ਦੁੱਖ, ਕਿਉਂਕਿ ਮਨ ਜਿਹੜਾ ਹੈ ਇਹ ਮਹਿਸੂਸ ਕਰ ਸਕਦਾ, ਇਹਦੇ ਅੰਦਰ ਫੀਲਿੰਗ ਹੀ ਤੇ ਹੈ ਸਾਰੀ, ਹੋਰ ਕੀ ਹੈ, ਵਿਚਾਰ ਹੀ ਤੇ ਹੈ। ਵਿਚਾਰ ਦੇ ਨਾਲ ਕਦੀ ਇਹ ਦੁੱਖੀ ਹੋ ਜਾਂਦਾ, ਵਿਚਾਰ ਨਾਲ ਕਦੀ ਇਹ ਸੁਖੀ ਹੋ ਜਾਂਦਾ। ਵਿਚਾਰ ਤੋਂ ਕਈ ਵਾਰ ਕਿਸੇ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਤੇ ਵਿਚਾਰ ਵਿੱਚ ਕਈ ਵਾਰ ਅਜਿਹੀ ਤਕਰਾਰ ਹੁੰਦੀ ਹੈ ਕਿ ਦੁਬਾਰਾ ਫਿਰ ਉਸ ਨੂੰ ਮਿਲਣ ਦਾ ਮਨ ਨਹੀਂ ਕਰਦਾ, ਉਸ ਨੂੰ ਸੁਣਨ ਦਾ ਮਨ ਨਹੀਂ ਕਰਦਾ। ਤੇ ਦੇਖਿਆ ਗਿਆ ਅਕਸਰ ਕਿ ਵਿਚਾਰਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਇਸ ਨੂੰ ਪੈਂਦਾ ਹੈ। ਤੇ ਦਿਵਸ ਰਾਤ ਹੁਣ ਇਹਦੇ ਵਾਸਤੇ ਕੌਣ ਹੋ ਗਈ? ਇਹਦੇ ਵਾਸਤੇ ਦਿਨ ਰਾਤ ਹੋ ਗਏ ਸੁੱਖ ਹੋਰ ਦੁੱਖ। ਸੁੱਖ ਹੈ ਤੇ ਕਹਿ ਸਕਦੇ ਹਾਂ ਜਿਵੇਂ ਦਿਨ ਹੈ, ਦੁੱਖ ਹੈ ਤੇ ਕਿਤੇ ਨਾ ਕਿਤੇ ਰਾਤ ਹੈ। ਦਿਨ ਵਿੱਚ ਕੀ ਹੁੰਦਾ? ਚਾਨਣਾ ਹੁੰਦਾ ਹੈ, ਯਾਨੀ ਕਿ ਇੱਕ ਕਿਸਮ ਦਾ ਉਜਾਲਾ। ਤੇ ਉਜਾਲਾ ਕਿਹਦਾ ਪ੍ਰਤੀਕ ਹੈ ਤੇ ਰਾਤ ਕਿਹਦੀ ਪ੍ਰਤੀਕ ਹੈ? ਅਸੀਂ ਆਪ ਕੰਪੇਅਰ ਕਰ ਸਕਦੇ ਹਾਂ। ਫੁੱਲ ਸਟਾਪ ਕਦੇ ਵੀ ਨਹੀਂ ਲਗਾਉਣਾ ਕਿਸੇ ਵੀ ਵਿਚਾਰ ਤੇ। ਆਪਣੀ ਆਪਣੀ ਸਭ ਦੀ ਵਿਚਾਰ ਆ, ਤੇ ਜੋ ਗੁਰੂ ਸਾਹਿਬ ਬੁਲਵਾ ਰਹੇ ਆ ਉਹ ਬੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਬਾਣੀ ਜਿਹੜੀ ਹੈ ਉਹ ਅਗਾਧ ਬੋਧ ਹੈ। ਜਿੰਨਾ ਅਸੀਂ ਸਹਿਜ ਪਾਠ ਕਰਾਂਗੇ, ਜਿੰਨਾ ਚੁੱਭੀ ਮਾਰਾਂਗੇ, ਉਨਾ ਹੋਰ ਸਮਝ ਪਾਵਾਂਗੇ। ਤੇ ਮਨ ਵਾਸਤੇ ਜਿਹੜਾ ਸੁੱਖ ਦੁੱਖ ਹੈ ਨਾ, ਇਹ ਸਮਝ ਲਓ ਇਹਨੂੰ ਖਿਲਾ ਰਿਹਾ ਹੈ। ਸੁੱਖ ਵਿੱਚ ਆ ਕੇ ਖੁਸ਼ ਹੋ ਜਾਂਦਾ ਹੈ, ਇਹ ਆਮ ਮਨੁੱਖ ਦੀ ਗੱਲ ਕੀਤੀ ਜਾ ਰਹੀ ਹੈ। ਸੁੱਖ ਵਿੱਚ ਆ ਕੇ ਖੁਸ਼ ਹੋ ਜਾਂਦਾ ਹੈ, ਦੁੱਖ ਵਿੱਚ ਆ ਕੇ ਦੁਖੀ ਹੋ ਜਾਂਦਾ ਹੈ। ਤੇ ਇਸੇ ਦੇ ਹਿਸਾਬ ਦੇ ਨਾਲ ਇਹਦੀ ਜਿਹੜੀ ਦੁਨੀਆ ਹੈ ਇਹ ਚੱਲ ਰਹੀ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਅਧੂਰ। ਬਹੁਤ ਜ਼ਿਆਦਾ ਧਿਆਨ ਦੇਣਾ ਇੱਥੇ, ਬਹੁਤ ਜ਼ਿਆਦਾ, ਕਿਉਂਕਿ
ਚੰਗਿਆਈਆਂ ਅਸੀਂ ਆਪ ਮੋਹਰ ਲਾ ਲੈਂਦੇ ਹਾਂ, ਇਹ ਚੰਗੀ ਗੱਲ ਹੈ। ਬੁਰਾਈਆਂ ਇਹ ਸਾਡੀਆਂ ਮੋਹਰਾਂ ਹੁੰਦੀਆਂ, ਆਪਣੇ ਹੀ ਕਰਮ ਤੇ ਆਪ ਹੀ ਅਸੀਂ ਮੋਹਰ ਲਾ ਲੈਂਦੇ ਹਾਂ ਕਿ ਹਾਂ ਇਹ ਜੋ ਅਸੀਂ ਕੰਮ ਕੀਤਾ ਚੰਗਾ ਹੀ ਹੈ, ਇਹ ਕੰਮ ਕੀਤਾ ਮਾੜਾ ਹੀ ਹੈ। ਕਈ ਵਾਰ ਪਰ ਧਿਆਨ ਰੱਖਣਾ ਪਏਗਾ, ਪਹਿਲੇ ਇੱਕ ਵਾਰ ਪੂਰੀ ਤੁਕ ਨੂੰ ਸਮਝ ਲਈਏ। ਚੰਗਿਆਈਆਂ ਬੁਰਾਈਆਂ, ਜੋ ਚੰਗਿਆਈਆਂ ਤੇ ਬੁਰਾਈਆਂ ਹਨ, ਵਾਚਾ ਹੈ। ਵਾਚਾ ਮਤਲਬ ਐਨਾਲਾਈਜ਼ ਕੀਤਾ ਜਾਏਗਾ, ਵੇਖਿਆ ਜਾਏਗਾ, ਜਾਂਚਿਆ ਜਾਏਗਾ। ਵਾਚਾ ਜਾਂਚਿਆ ਜਾਏਗਾ। ਕਿੱਥੇ ਜਾਂਚਿਆ ਜਾਏਗਾ? ਧਰਮ ਹਦੂਰ। ਧਰਮ ਅਸੀਂ ਪਹਿਲੇ ਵੀ ਪੜ੍ਹ ਚੁੱਕੇ ਹਾਂ ਕਿ ਜੋ ਧਰਮ ਹੈ, ਜੋ ਪਰਮਾਤਮਾ ਨੇ ਜਦ ਜੀ ਬਣਾਇਆ ਤੇ ਨਾਲ ਦੇ ਨਾਲ ਧਰਮ ਵੀ ਬਣਾਇਆ, ਯਾਨੀ ਕਿ ਆਪਣਾ ਨਿਯਮ ਵੀ ਬਣਾਇਆ, ਆਪਣੇ ਇੱਕ ਉਸੂਲ ਵੀ ਬਣਾਇਆ। ਉਸ ਧਰਮ ਦੇ ਹਿਸਾਬ ਦੇ ਨਾਲ ਵਾਚਿਆ ਜਾਏਗਾ, ਵੇਖਿਆ ਜਾਏਗਾ, ਐਨਾਲਾਈਜ਼ ਕੀਤਾ ਜਾਏਗਾ ਕਿ ਕਰ ਕੀ ਰਿਹਾ, ਐਵੇਂ ਨਹੀਂ। ਤੇ ਹੁਣ ਅਸੀਂ ਕਹਾਂਗੇ ਚੰਗਿਆਈ ਤੇ ਚੰਗਿਆਈ ਹੁੰਦੀ ਹੈ, ਹੁਣ ਉਹਦੇ ਵਿੱਚ ਕੀ ਬੁਰਾਈ ਹੋ ਸਕਦੀ ਹੈ? ਪਰ ਥੋੜ੍ਹਾ ਜਿਹਾ ਧਿਆਨ ਦੇਵਾਂਗੇ ਤੇ ਸਮਝ ਆਏਗਾ, ਕਈ ਵਾਰ ਚੰਗਿਆਈ ਵਿੱਚ ਵੀ ਬੁਰਾਈ ਛੁਪੀ ਹੁੰਦੀ ਹੈ। ਤੇ ਕਈ ਵਾਰ ਬੰਦਾ ਕੰਮ ਤੇ ਲੱਗਦਾ ਇੱਦਾਂ ਕਿ ਉਹਨੇ ਮਾੜਾ ਕੀਤਾ, ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਅੱਛਾਈ ਛੁਪੀ ਹੁੰਦੀ ਹੈ। ਛੋਟਾ ਜਿਹਾ ਐਗਜ਼ਾਮਪਲ ਲੈਂਦੇ ਹਾਂ। ਹੁਣ ਚੰਗਿਆਈ ਵਿੱਚ ਬੁਰਾਈ ਕਿਵੇਂ? ਕਿਉਂਕਿ ਮੰਨ ਲਵੋ ਹੁਣ ਅਕਸਰ ਆਪ ਜੀ ਦਾ ਵੀ ਕਦੇ ਵਾਹ ਪਿਆ ਹੋਏਗਾ, ਕੋਈ ਗੁਰਦੁਆਰੇ ਸੁੱਖ ਨਾ ਸੁੱਖ ਕੇ ਆ ਜਾਂਦੇ। ਕਈ ਵਾਰ ਵੇਖਿਆ ਗਿਆ ਕਾਲੇ ਛੋਲੇ ਦਾ ਪ੍ਰਸ਼ਾਦ ਲੈ ਕੇ ਆਵੇ, ਐਗਜ਼ਾਮਪਲ ਦੇ ਤੌਰ ਤੇ ਲੈ ਕੇ ਆ ਰਿਹਾ। ਕਾਲੇ ਛੋਲੇ ਦਾ ਹੁਣ ਕੀ ਹੈ ਜੀ, ਉਹਦੇ ਪਿੱਛੇ ਮਨੋਰਥ ਕੀ ਹੈ? ਬੱਚਾ ਬਿਮਾਰ ਹੈ ਤੇ ਜਿਹੜਾ ਉਹਦਾ ਬਿਮਾਰ ਹੈ ਨਾ ਬੱਚਾ, ਉਹਦਾ ਦੁੱਖ ਜਿਹੜਾ ਉਹ ਸਭ ਵਿੱਚ ਵੰਡਿਆ ਜਾਏ ਤੇ ਮੇਰਾ ਬੱਚਾ ਠੀਕ ਹੋ ਜਾਏ। ਮਤਲਬ ਕਿ ਦੁੱਖ ਜਿਹੜਾ ਭਾਵੇਂ ਦੂਜਿਆਂ ਨੂੰ ਲੱਗ ਜਾਏ ਕੋਈ ਦਿੱਕਤ ਨਹੀਂ ਹੈ, ਪਰ ਮੇਰਾ ਬੱਚਾ ਜਿਹੜਾ ਉਹ ਠੀਕ ਹੋਣਾ ਚਾਹੀਦਾ ਹੈ। ਤੇ ਖਾਸ ਕਰ ਇੱਕ ਤੇ ਇਹ ਐਗਜ਼ਾਮਪਲ ਹੋ ਗਿਆ। ਹੁਣ ਇਹ ਚੰਗਿਆਈ ਹੈ ਬੁਰਾਈ? ਇੱਕ ਤਰਫ ਤੋਂ ਤੇ ਉਹ ਉਹਨੂੰ ਨਾਮ ਵੀ ਦਿੱਤਾ ਜਾਂਦਾ ਪ੍ਰਸ਼ਾਦ, ਜਦ ਕਿ ਉਹ ਪ੍ਰਸ਼ਾਦ ਹੁੰਦਾ ਨਹੀਂ, ਨਾਮ ਦੇ ਦਿੱਤਾ ਜਾਂਦਾ ਹੈ। ਤੇ ਮਕਸਦ ਕੀ ਹੈ ਜੀ? ਮਕਸਦ ਪਿੱਛੇ ਬੁਰਾ ਹੈ। ਤੇ ਹੁਣ ਹੋ ਸਕਦਾ ਉਹਦੇ ਨਾਲ ਕਿਸੇ ਦਾ ਪੇਟ ਤੇ ਭਰ ਰਿਹਾ, ਪਰ ਜਿਹੜਾ ਵੰਡ ਰਿਹਾ ਉਹ ਚੰਗਿਆਈ ਕਰ ਰਿਹਾ, ਬੁਰਾਈ ਕਰ ਰਿਹਾ। ਭਾਵੇਂ ਉਹ ਗੱਲ ਵੱਖਰੀ ਹੈ ਕਿ ਜਿਹੜਾ ਖਾ ਰਿਹਾ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ, ਕਿਉਂਕਿ ਉਹਨੇ ਆਪਣਾ ਜਿਹੜਾ ਬੋਇਆ ਹੈ, ਆਪਣਾ ਬੀਜ ਜਿਹੜਾ ਬੋਇਆ ਹੈ, ਉਸ ਹਿਸਾਬ ਨਾਲ ਉਹਨੂੰ ਫਲ ਮਿਲਣਾ ਹੈ। ਪਰ ਜੋ ਵੰਡ ਰਿਹਾ ਉਹ ਕੀ ਬੀਜ ਰਿਹਾ? ਚੰਗਿਆਈ ਜਾਂ ਬੁਰਾਈ? ਤੇ ਸਾਡਾ ਸਿੰਪਲ ਆਨਸਰ ਹੋਏਗਾ, ਵੇਖਣ ਵਿੱਚ ਤੇ ਚੰਗਿਆਈ ਹੈ ਕਿ ਯਾਰ ਵੰਡ ਰਿਹਾ ਬੰਦਾ, ਪਰ ਹੈਗੀ ਕੀ ਹੈ? ਬੁਰਾਈ। ਕੋਈ ਨੇਤਾ ਹੈ ਤੇ ਨੇਤਾ ਨੂੰ ਪਤਾ ਹੈ ਕਿ ਬਈ ਅਜੇ ਵੰਡ ਲਵਾਂ, ਬਾਅਦ ਚੋਂ ਕਈ ਗੁਣਾ ਆਪ ਖਾਣਾ ਹੈ, ਤੇ ਹੁਣ ਚੰਗਿਆਈ ਹੈ ਬੁਰਾਈ ਹੈ? ਮਨੋਰਥ ਕੀ ਹੈ ਉਹ ਮੈਟਰ ਕਰਦਾ ਹੈ, ਪਿੱਛੇ ਮਕਸਦ ਕੀ ਹੈ। ਮਕਸਦ ਬੜਾ ਜਿਹੜਾ ਹੈ ਉਹ ਬਹੁਤ ਵੱਡਾ ਹੈ। ਕਈ ਐਸੇ ਤੁਸੀਂ ਦੇਖ ਸਕਦੇ ਹੋ ਕੰਮ ਨਜ਼ਰ ਆਉਣਗੇ ਚੰਗੇ, ਪਰ ਜਦ ਉਸ ਨੂੰ ਐਨਾਲਾਈਜ਼ ਕੀਤਾ ਜਾਏਗਾ, ਕਿਉਂਕਿ ਇਹ ਜਿਹੜੇ ਆ ਇਹ ਸਾਰੇ ਉਸ ਅਕਾਲ ਪੁਰਖ ਦੇ ਨਿਯਮ ਵਿੱਚ ਵੇਖੇ ਜਾ ਰਹੇ ਆ, ਤਾਂ ਹੀ ਇਹ ਗੱਲਾਂ ਕੀਤੀਆਂ ਜਾ ਰਹੀਆਂ। ਕਿਉਂਕਿ ਗੁਰੂ ਸਾਹਿਬ ਜਿਹੜੇ ਆ, ਤਾਂ ਹੀ ਤੇ ਗੁਰੂ ਸਾਹਿਬ ਕੀ ਆ ਕਿ ਉਹਨਾਂ ਦਾ ਮੇਨ ਕੀ ਹੈ? ਗੁਰੂ ਜਿਹੜਾ ਹੈ, ਅਗਰ ਮੰਨ ਲਵੋ ਮੈਂ ਕਹਾਂ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਤੇ ਮੈਨੂੰ ਕੋਈ ਪੁੱਛ ਲਵੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਉਪਦੇਸ਼ ਕੀ ਦਿੰਦੇ, ਤੁਹਾਨੂੰ ਸਮਝਾਉਂਦੇ ਕੀ ਹੈ? ਅਗਰ ਉਹਦਾ ਗਿਆਨ ਨਹੀਂ ਤੇ ਫਿਰ ਤੇ ਮੈਂ ਤੇ ਫਿਰ ਕਿਤੇ ਨਾ ਕਿਤੇ ਖਾਲੀ ਸਾਬਿਤ ਹੋ ਜਾਵਾਂਗਾ। ਤੇ ਮੈਂ ਜਿਹੜਾ ਹੈ ਫਿਰ ਕਿਸ ਗੱਲ ਤੇ ਕਵਾਂਗਾ ਕਿ ਬਈ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ? ਕਿਉਂਕਿ ਸਿਰਫ ਸਰੀਰ ਦਾ ਝੁਕਣਾ ਜਿਹੜਾ ਹੈ ਉਹ ਮਨ ਦਾ ਝੁਕਣਾ ਨਹੀਂ ਹੈ ਨਾ, ਮਨ ਬੜੀ ਮੁਸ਼ਕਿਲ ਝੁਕਦਾ ਹੈ। ਤੇ ਚੰਗਿਆਈਆਂ ਕਿ ਬਈ ਮਕਸਦ ਕੀ ਹੈ ਪਿੱਛੇ? ਚੰਗਾ ਕੰਮ ਤੇ ਕਰ ਰਿਹਾ, ਪਿੱਛੇ ਮਕਸਦ ਕੀ ਹੈ? ਅਗਰ ਮਕਸਦ ਹੀ ਬੁਰਾ ਹੈ ਤੇ ਉਹ ਵੀ ਚੰਗਿਆਈ ਵੀ ਬੁਰਾਈ ਹੈ। ਤੇ ਬੁਰਾਈਆਂ ਵਾਚਾ ਹੈ ਤਰਬ ਹਦੂਰ। ਚੰਗਿਆਈਆਂ ਦੇ ਨਾਲ ਨਾਲ ਬੁਰਾਈਆਂ ਵੀ ਵਾਚੀਆਂ ਜਾਣਗੀਆਂ, ਧਿਆਨ ਦਿੱਤਾ ਜਾਏਗਾ। ਹੁਣ ਕਈ ਵਾਰ ਦੇਖਿਆ ਗਿਆ ਅਜਿਹੇ ਦੁਨਿਆਵੀ ਪੱਧਰ ਤੇ ਵੀ ਕਈ ਹੋਏ ਆ ਜਿਨ੍ਹਾਂ ਨੇ ਕੰਮ ਤੇ ਮਾੜੇ ਕੀਤੇ, ਪਰ ਉਹਨਾਂ ਦਾ ਪਿੱਛੇ ਮਕਸਦ ਜਿਹੜਾ ਉਹ ਚੰਗਾ ਸੀਗਾ। ਉਹ ਹਿਸਟਰੀ ਵਿੱਚ ਜਿਵੇਂ ਇੱਕ ਨਾਮ ਹੈ ਰੋਬਿਨ ਹੁੱਡ ਦਾ, ਜਿਹਨੂੰ ਕਿਹਾ ਜਾਂਦਾ ਕਿ ਉਹ ਅਮੀਰਾਂ ਦੇ ਜਿਹੜੇ ਖਜ਼ਾਨੇ ਲੁੱਟ ਕੇ ਗਰੀਬਾਂ 'ਚ ਵੰਡ ਦਿੰਦਾ ਸੀਗਾ। ਤੇ ਉਹਨੂੰ ਕੀ ਕਵਾਂਗੇ? ਵੇਖਣ ਵਿੱਚ ਤੇ ਬੜਾ ਬੁਰਾ ਹੈ, ਚੋਰ ਹੈ, ਪਰ ਕੰਮ ਕੀ ਕਰ ਰਿਹਾ? ਮਕਸਦ ਕੀ ਉਹਦੇ ਪਿੱਛੇ? ਚੰਗਾ ਗਾ। ਹੁਣ ਬੁਰਾਈਆਂ, ਹੁਣ ਦੇਖੋ ਛੋਟਾ ਬੱਚਾ ਹੈ, ਜਿਹੜੀ ਉਹਦੀ ਮਾਤਾ ਹੈ, ਕਈ ਵਾਰ ਜਿਵੇਂ ਮੰਨ ਲਓ ਉਹ ਕੋਈ ਜਿੱਦ ਫੜ ਲੈਂਦਾ ਹੈ। ਹੁਣ ਬੱਚਾ ਹੈ, ਬੱਚਾ ਤੇ ਕੁਝ ਵੀ ਕਰ ਸਕਦਾ ਨਾ, ਕੁਝ ਵੀ ਮੰਗ ਲੈਂਦਾ ਹੈ, ਤੇ ਕਈ ਵਾਰ ਉਹਨੂੰ ਡਾਂਟ ਦਿੰਦੀ ਹੈ
ਨਹੀਂ, ਹੁਣ ਬੱਚੇ ਨੂੰ ਡਾਂਟਣਾ ਕੀ ਹੈ? ਕੋਈ ਦੂਜਾ ਵੇਖੇਗਾ ਤਾਂ ਕੀ ਕਹਿੰਦਾ ਹੈ, ਇਹ ਤੇ ਡਾਂਟਣਾ ਤੇ ਗਲਤ ਹੈ। ਸਾਰੇ ਕਹਿੰਦੇ ਬੱਚੇ ਨੂੰ ਡਾਂਟਣਾ ਗਲਤ ਹੈ। ਕਈ ਵਾਰ ਟੀਚਰ ਨੂੰ ਮਾਰਨਾ ਵੀ ਪੈਂਦਾ। ਹੁਣ ਮਾਰਨਾ ਬੱਚੇ ਨੂੰ ਸਹੀ ਹੈ ਜਾਂ ਗਲਤ ਹੈ? ਤੇ ਗਲਤ, ਪਰ ਮਕਸਦ ਕੀ ਹੈ ਪਿੱਛੇ? ਮਕਸਦ ਉਹਦਾ ਭਲਾ ਹੈ, ਉਹਦੀ ਭਲਾਈ ਵਾਸਤੇ ਕਰਨਾ ਪੈਂਦਾ ਤੇ ਹੈ ਤੇ ਕੰਮ ਮਾੜਾ, ਪਰ ਉਹਦੇ ਪਿੱਛੇ ਮਕਸਦ ਕੀ ਹੈ? ਤੇ ਇਸ ਕਾਰਨ ਉਹ ਬੁਰਾਈ ਵੀ ਜਿਹੜੀ ਹੈ ਉਹ ਅੱਛਾਈ ਹੋ ਗਈ। ਹੁਣ ਕਈ ਵਾਰ ਮੰਨ ਲਓ ਕੋਈ ਵੈਸੇ ਹੀ ਕਿਸੇ ਨੂੰ ਮਾਰ ਰਿਹਾ, ਐਵੇਂ ਤੁਰਦੇ ਫਿਰਦੇ ਨੂੰ। ਕਈ ਵਾਰ ਦੇਖਿਆ ਗਿਆ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਕਿਉਂਕਿ ਜ਼ਿਆਦਾ ਪ੍ਰਭਾਵ ਹੈਗਾ, ਤੇ ਉਸ ਚੱਕਰ ਵਿੱਚ ਚੰਗੇ ਭਲੇ ਜਿਹੜੇ ਕਹਿੰਦੇ ਨਾ, ਕਈ ਵਾਰ ਪਸ਼ੂ ਦੇ ਨਾਲ ਵੀ ਪੰਗੇ ਲੈ ਲੈਂਦੇ ਆ। ਕੁਛ ਵੀ ਕਈ ਵਾਰ ਉਸਨੂੰ ਵਿਹਲੇ ਹੀ ਤੰਗ ਕਰਨ ਲੱਗ ਜਾਣਗੇ। ਪਰ ਮੰਨ ਲਓ ਹੁਣ ਕੋਈ ਅਜਿਹਾ ਪਸ਼ੂ ਜਿਹੜਾ ਹੁਣ ਕਹਿ ਰਹੇ ਆ ਇਹਦੇ ਨਾਲ ਬਈ ਹੁਣ ਇੱਥੇ ਆਮ ਜਿਹੜੀ ਜਨਤਾ ਉਹਨੂੰ ਨੁਕਸਾਨ ਪਹੁੰਚ ਰਿਹਾ। ਮੰਨ ਲਓ ਕੋਈ ਕੁੱਤਾ ਹੈ ਤੇ ਉਹ ਪਾਗਲ ਹੋ ਗਿਆ, ਤਾਂ ਉਸ ਹੜਕਾਏ ਕੁੱਤੇ ਨੂੰ ਅਗਰ ਕੋਈ ਮਾਰ ਦੇਵੇ ਤੇ ਉਹ ਹੁਣ ਭਲਾ ਕੰਮ ਹੋਏਗਾ ਜਾਂ ਮਾੜਾ? ਇਹ ਸਾਨੂੰ ਥੋੜਾ ਸਮਝਣਾ ਪਏਗਾ। ਹੁਣ ਬਿਨਾਂ ਮਕਸਦ ਦੇ ਹੀ ਪਤਾ ਨਹੀਂ ਅਣਗਿਣਤ ਹੀ ਅਸੀਂ ਮੁਰਗੀਆਂ ਵੱਢੀ ਜਾ ਰਹੇ। ਕਾਰਨ ਕੀ? ਸਿਰਫ ਤੇ ਸਿਰਫ ਜੀਭ ਦੇ ਸਵਾਦ ਲਈ। ਹੁਣ ਇਹ ਕੀ ਹੈ? ਅਸੀਂ ਕੀ ਕਰ ਰਹੇ ਹਾਂ? ਕਿੱਥੇ ਧਿਆਨ ਦੇ ਰਹੇ ਹਾਂ? ਪਰ ਅਗਰ ਕੋਈ ਮਕਸਦ ਹੈ ਪਿੱਛੇ, ਕਿ ਮੰਨ ਲਓ ਕੋਈ ਸਾਡੇ ਤੇ ਬਈ ਅਟੈਕ ਕਰ ਰਿਹਾ ਤੇ ਆਪਣੇ ਆਪ ਨੂੰ ਬਚਾਉਣਾ ਹੈ, ਉਹਦੇ ਲਈ ਮਾਰਨਾ ਪੈ ਰਿਹਾ। ਕੋਈ ਦੁਸ਼ਮਣ ਆ ਗਿਆ, ਉਸ ਤੇ ਸਾਨੂੰ ਵੀ ਜਵਾਬ ਦੇਣਾ ਪੈ ਰਿਹਾ ਹੈ, ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਸੰਤ ਦੇ ਨਾਲ ਸਿਪਾਹੀ ਵੀ ਬਣਾਇਆ। ਤੇ ਫਿਰ ਬਦਲ ਗਿਆ ਨਾ। ਹੁਣ ਕੰਮ ਤੇ ਉਹੀ ਹੈ, ਮਾਰ ਅਜੇ ਵੀ ਰਹੇਗਾ, ਪਰ ਹੁਣ ਕਿਹੜਾ ਉਹ ਜਿਹੜੀ ਬੁਰਾਈ ਹੈ ਉਹ ਵੀ ਚੰਗਿਆਈ ਵਿੱਚ ਬਦਲ ਰਹੀ ਹੈ। ਹੁਣ ਮੰਨ ਲਓ ਕੋਈ ਤੁਹਾਡੇ ਸਾਹਮਣੇ ਕੋਈ ਅਜਿਹਾ ਕੇਸ ਆ ਰਿਹਾ ਕਿ ਕੋਈ ਬੀਬੀ ਹੈ, ਉਹਦੇ 4-5 ਪਿੱਛੇ ਜਿਹੜੇ ਬੰਦੇ ਪਿੱਛੇ ਪੈ ਗਏ। ਹੁਣ ਕੀ ਕਰਾਂਗੇ? ਨਹੀਂ, ਕਿਸੇ ਨੂੰ ਮਾਰਨਾ ਨਹੀਂ ਹੈ ਤੇ ਗਲਤ ਕੰਮ ਹੈ, ਨਹੀਂ। ਉਸ ਵੇਲੇ ਜਿੰਨਾ ਕੁ ਤੁਹਾਡੇ ਹੋ ਸਕੇਗਾ ਉਨੀ ਕੋਸ਼ਿਸ਼ ਕਰਾਂਗੇ ਉਹਨੂੰ ਬਚਾਉਣ ਦੀ, ਬੀਬੀ ਨੂੰ। ਉਹਦੇ ਵਾਸਤੇ ਹੋ ਸਕਦਾ ਸਾਨੂੰ ਕਿਸੇ ਹੱਥ ਚੱਕਣਾ ਪਏਗਾ ਤਾਂ ਚੱਕਾਂਗੇ, ਹਥਿਆਰ ਚੱਕਣਾ ਪਏਗਾ ਤੇ ਚੱਕਾਂਗੇ। ਕਾਰਨ ਕੀ? ਕਿਉਂਕਿ ਹੁਣ ਉਹੀ ਹੈ ਕਿ ਵੇਖਣਾ ਪਏਗਾ, ਸਮਝਣਾ ਪਏਗਾ ਕਿ ਹੈ ਕੀ, ਚੰਗਿਆਈ ਬੁਰਾਈ ਕੀ ਹੈ। ਜ਼ਰੂਰੀ ਨਹੀਂ ਜੋ ਦਿਖ ਰਿਹਾ ਉਹੀ ਸੱਚ ਹੈ, ਉਹਦੇ ਪਿੱਛੇ ਮਕਸਦ ਕੀ ਹੈ, ਮਨੋਰਥ ਕੀ ਹੈ, ਉਹ ਬਹੁਤ ਵੱਡਾ ਮੈਟਰ ਹੈ, ਜੋ ਕਿ ਮੈਨੂੰ ਲੱਗਦਾ ਹੁਣ ਅਜਿਹੇ ਐਗਜ਼ਾਮਪਲ ਦੇ ਨਾਲ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਕਲੀਅਰ ਹੋ ਗਿਆ ਹੋਏਗਾ। ਤੇ ਇਹ ਸਭ ਕੀ ਹੈ? ਚੰਗਿਆਈਆਂ ਬੁਰਾਈਆਂ ਜਿਹੜੀਆਂ ਨੇ, ਇਹਨੂੰ ਐਨਾਲਾਈਜ਼ ਕੀਤਾ ਜਾ ਰਿਹਾ ਹੈ, ਇਸ ਨੂੰ ਵਿਸ਼ਲੇਸ਼ਣ ਇਹਦਾ ਹੋ ਰਿਹਾ ਹੈ ਕਿ ਕਰ ਕੀ ਰਿਹਾ ਮਨੁੱਖ ਸੱਚ ਵਿੱਚ, ਕਿਸ ਦੇ ਆਧਾਰ ਤੇ ਹੋ ਰਿਹਾ ਹੈ। ਕਸੌਟੀ ਕਿਹੜੀ ਹੈ? ਕਸੌਟੀ ਹੈ ਧਰਮ ਦੀ ਕਸੌਟੀ। ਵਾਚ ਹੈ ਧਰਮ ਹਦੂਰ। ਇਸ ਜਿਹੜਾ ਗੁਰੂ ਸਾਹਿਬ ਨੇ ਨਿਯਮ ਜਿਹੜਾ ਜੀਵ ਦੇ ਨਾਲ ਹੀ ਬਖਸ਼ਿਆ ਹੈ, ਤੇ ਉਸ ਨਿਯਮ ਦੇ ਹਿਸਾਬ ਦੇ ਨਾਲ ਇਸ ਕਸੌਟੀ ਨੂੰ ਜਿਹੜਾ ਹੈ ਬਾਚਿਆ ਜਾ ਰਿਹਾ ਹੈ। ਹਦੂਰ ਭਾਵ ਉਹਦੀ ਹਜ਼ੂਰੀ ਵਿੱਚ, ਉਹਦੀ ਹਾਜ਼ਰੀ ਵਿੱਚ, ਕਿਉਂਕਿ ਪਰਮਾਤਮਾ ਤੇ ਹਰ ਜਗ੍ਹਾ ਮੌਜੂਦ ਹੈ। ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਇਹ ਆਪਣੀ ਆਪਣੀ ਕਰਮੀ ਹੈ, ਕਰਮ ਨੇ ਆਪਣੇ ਆਪਣੇ। ਕੋਈ ਪਰਮਾਤਮਾ ਦੇ ਬਹੁਤ ਨੇੜੇ ਹੈ ਤੇ ਕੋਈ ਪਰਮਾਤਮਾ ਤੋਂ ਬਹੁਤ ਦੂਰ ਹੈ। ਹੁਣ ਪਰਮਾਤਮਾ ਕੀ ਦੂਰ ਹੈ ਜਾਂ ਕੋਲ ਹੈ? ਪਰਮਾਤਮਾ ਤੇ ਉੱਥੇ ਹੀ ਹੈ ਸਭ ਲਈ। ਹਰ ਇੱਕ ਕਹਿੰਦੇ ਨਾ ਘਟ ਮੈਂ ਹਰ ਜੂ ਬਸੈ। ਪਰਮਾਤਮਾ ਤੇ ਘਟ ਵਿੱਚ ਵਸ ਰਿਹਾ। ਹਰ ਇੱਕ ਜੀਵ ਆਤਮਾ ਵਿੱਚ ਪਰਮਾਤਮਾ ਹੈ। ਜਿਹੜੀ ਆਤਮਾ ਹੈ ਉਹ ਵੀ ਤੇ ਪਰਮਾਤਮਾ ਦਾ ਹੀ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ, ਪਰ ਕਰਮੀ ਆਪੋ ਆਪਣੇ। ਹੁਣ ਆਪਣੇ ਕਰਮਾਂ ਦੇ ਕਾਰਨ ਹੀ ਇਹਨੂੰ ਸਮਝ ਹੀ ਨਹੀਂ ਆ ਪਾ ਰਹੀ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿ ਇਹਨੂੰ ਪਤਾ ਨਹੀਂ ਹੈ ਕਿ ਜਿਹੜੇ ਮੇਰੇ ਕਰਮ ਆ ਨਾ, ਇਹ ਮੈਨੂੰ ਉਸ ਤੋਂ ਦੂਰ ਫਿਰ ਵੀ ਲੈ ਜਾ ਸਕਦੇ ਆ, ਭਾਵੇਂ ਮੇਰੇ ਘਰ ਹੀ ਕਿਉਂ ਨਾ ਹੋਏ, ਪਰ ਫਿਰ ਵੀ ਮੈਂ ਇਸ ਤੋਂ ਦੂਰ ਹੋ ਜਾਵਾਂ। ਹੁਣ ਘਰ ਦੇ ਜਿਹੜੇ 4 ਜੀਵ ਆ, ਹੁਣ ਸਾਰੇ ਤੇ ਕਹਿੰਦੇ ਇਕੱਠੇ ਰਹਿੰਦੇ ਆ, ਪਰ ਕੀ ਸੱਚ ਵਿੱਚ ਉਹ ਇਕੱਠੇ ਹੁੰਦੇ ਆ? ਇਕੱਠਾ ਕਿਹਨੂੰ ਕਵਾਂਗੇ? ਜਿਨ੍ਹਾਂ ਦੀ ਸੋਚ ਇੱਕ ਹੋ ਗਈ, ਇਕੱਠੇ ਤੇ ਹੋਏ ਨਾ, ਜਾਂ ਨਾਲ ਬੈਠਣ ਦੇ ਨਾਲ ਇਕੱਠੀ ਹੋ ਜਾਂਦੀ ਹੈ? ਨਹੀਂ। ਹਸਬੈਂਡ ਵਾਈਫ ਕਹਿੰਦੇ ਜੀ ਇਹ ਨਾਲ ਰਹਿੰਦੇ ਇਕੱਠੇ ਆ, ਪਰ ਕੀ ਸੱਚ ਵਿੱਚ ਇਕੱਠੇ ਆ? ਅਗਰ ਵਿਚਾਰਾਂ ਮਿਲਦੀਆਂ ਤਾਂ ਇਕੱਠੇ ਆ, ਵਿਚਾਰਾਂ ਨਹੀਂ ਮਿਲਦੀ ਤੇ ਬੜੇ ਦੂਰ ਆ। ਇਸੇ ਤਰੀਕੇ ਦੇ ਨਾਲ ਪਰਮਾਤਮਾ ਸਾਡੇ ਅੰਦਰ ਹੀ ਹੈ, ਵਾਸ ਇੱਥੇ ਹੀ ਕਰਦਾ ਹੈ, ਪਰ ਅਸੀਂ ਕਿਤੇ ਹੋਰ ਹੀ ਉਲਝੇ ਹੋਏ ਹਾਂ ਨਾ। ਅਸੀਂ ਕਿੰਨੇ ਦੂਰ ਜਾ ਚੁੱਕੇ ਹਾਂ, ਅਸੀਂ ਮਾਇਆ ਰੂਪੀ ਰੰਗ ਵਿੱਚ ਰੰਗ ਚੁੱਕੇ ਹਾਂ। ਸਾਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਉਹ ਸਾਨੂੰ ਹਰ ਜਗ੍ਹਾ ਵੇਖ ਰਿਹਾ, ਸਾਡੇ ਅੰਦਰ ਹੀ ਅਸੀਂ ਮਹਿਸੂਸ ਹੀ ਨਹੀਂ ਕਰ ਪਾ ਰਹੇ ਤੇ ਅਸੀਂ ਦੂਰ ਆ।
ਜਿਹੜਾ ਮਹਿਸੂਸ ਕਰ ਰਿਹਾ ਹੈ ਉਹ ਨੇੜੇ ਹੈ, ਕਿਉਂਕਿ ਕਰਮੀ ਆਪੋ ਆਪਣੀ ਆਪਣੇ ਆਪਣੇ ਕਰਮ ਆ ਕਿ ਨੇੜੇ, ਕਈ ਨੇੜੇ ਹਨ ਉਸ ਪਰਮਾਤਮਾ ਦੇ, ਨਜ਼ਦੀਕ ਹਨ, ਬਿਲਕੁਲ ਨਜ਼ਦੀਕ ਹਨ, ਤੇ ਕਿ ਦੂਰ, ਕਈ ਬੜੇ ਦੂਰ ਜਾ ਚੁੱਕੇ ਆ। ਜਿਹੜੇ ਉਸ ਪਰਮਾਤਮਾ ਦੇ ਗੁਣ ਧਾਰਨ ਜਿਹੜੇ ਆ ਕਰੀ ਜਾ ਰਹੇ ਹਨ, ਉਹ ਪਰਮਾਤਮਾ ਦੇ ਨੇੜੇ ਆਈ ਜਾ ਰਹੇ ਆ, ਤੇ ਜਿਹੜੇ ਗੁਣ ਛੱਡ ਕੇ ਵੱਧ ਤੋਂ ਵੱਧ ਅਵਗੁਣ ਆਪਣੇ ਅੰਦਰ ਧਾਰਨ ਕਰੀ ਜਾ ਰਹੇ ਆ, ਉਹ ਬਹੁਤ ਹੀ ਪਰਮਾਤਮਾ ਤੋਂ ਦੂਰ ਹਨ। ਇਹ ਡਿਪੈਂਡ ਕਰਦਾ ਹੈ ਕਿ ਕਿਵੇਂ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤਾ ਦੀ ਅਸੀਂ ਵਰਤੋਂ ਕੀਤੀ। ਇਹ ਬਹੁਤ ਵੱਡਾ ਮੈਟਰ ਕਰਦਾ ਹੈ। ਜਿਨੀ ਨਾਮ ਧਿਆਇਆ, ਤੇ ਫਿਰ ਜਿਨ੍ਹਾਂ ਨੇ ਨਾਮ ਧਿਆਇਆ, ਜਿਨ੍ਹਾਂ ਨੇ ਵੀ ਨਾਮ ਧਿਆਇਆ, ਹੁਣ ਨਾਮ ਧਿਆਣਾ ਕਿਵੇਂ? ਸਿਰਫ ਵਾਹਿਗੁਰੂ ਕਹਿ ਕੇ? ਇਹ ਵੀ ਬਿਲਕੁਲ ਇੱਕ ਕਹਿ ਸਕਦੇ ਹਾਂ ਸਟੈਪ ਹੈ ਕਿ ਹਾਂ ਵਾਹਿਗੁਰੂ ਕਹਿ ਕੇ ਵੀ ਨਾਮ ਜਪਿਆ ਜਾ ਸਕਦਾ ਹੈ, ਪਰ ਇੱਥੇ ਹੀ ਅਗਰ ਫੁੱਲ ਸਟਾਪ ਲਗਾ ਦਿੱਤਾ ਜਾਏ ਤਾਂ ਨਹੀਂ, ਫਿਰ ਗਲਤ ਹੋ ਜਾਏਗੀ ਇਹਦੀ ਡੈਫੀਨੇਸ਼ਨ ਕਿ ਨਾਮ ਧਿਆਣਾ ਅਸਲ ਵਿੱਚ ਕੀ ਹੈ। ਕਿ ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਧਿਆਇਆ, ਹੁਣ ਗੁਰੂ ਸਾਹਿਬ ਸਾਨੂੰ ਬੜਾ ਪਿਆਰਾ ਐਗਜ਼ਾਮਪਲ ਦਿੰਦੇ ਆ ਕਿ ਮਨ ਵਚ ਕਰਮ, ਮਨ ਕਰਕੇ ਤੇ ਧਿਆਣਾ ਹੀ ਹੈ, ਬਚਨ ਕਰਕੇ ਵੀ ਧਿਆਣਾ ਹੈ, ਤੇ ਕਰਮਾਂ ਕਰਕੇ, ਕਰਮ ਮਨ ਵਚ ਕਰਮ, ਕਰਮਾਂ ਕਰਕੇ ਵੀ, ਤੇਰੇ ਕਰਮ ਵਿੱਚ ਵੀ ਜਿਹੜਾ ਉਹ ਧਿਆਣਾ ਹੋਣਾ ਚਾਹੀਦਾ। ਮਤਲਬ ਕਿ ਤੇਰੇ ਕਰਮ ਦੇ ਨਾਲ ਵੀ ਪਤਾ ਲੱਗੇ ਵੀ ਤੂੰ ਨਾਮ ਜਪਦਾ ਹੈ। ਤੇ ਐ ਨਹੀਂ ਕਿ ਸਵੇਰੇ ਅਸੀਂ ਨਿਤਨੇਮ ਕਰ ਲਿੱਤਾ ਤੇ ਦੁਕਾਨ ਤੇ ਜਾ ਕੇ ਠੱਗੀ ਮਾਰ ਲਿੱਤੀ, ਤੇ ਕਰਮ ਤੇ ਸਾਡੇ ਫਿਰ ਦਿਖਾ ਦੇਣਗੇ ਨਾ ਅਸੀਂ ਕੀ ਧਿਆਇਆ ਹੈ। ਦੂਜਾ ਵਿਚਾਰਾ ਰੋਂਦਾ ਹੈ ਜਾਏ ਦੁਬਾਰਾ ਸਾਡੀ ਦੁਕਾਨ ਤੇ ਹੀ ਨਾ ਆਏ, ਤੇ ਫਿਰ ਅਸੀਂ ਕੀ ਧਿਆਇਆ? ਮਨ ਕਰਕੇ, ਬਚਨਾ ਕਰਕੇ, ਬਚਨ ਜਿਹੜੇ ਆ ਮੂੰਹ ਕੇ ਬੋਲਣ ਬੋਲੀ ਹੈ ਜਿਸ ਸੁਣ ਧਰੇ ਪਿਆਰ, ਪੜਿਆ ਸੀਗਾ ਆਪਾਂ। ਧਿਆਨ ਰੱਖਣਾ ਪੈਣਾ ਹੈ ਕਿ ਬਚਨਾ ਕਰਕੇ ਵੀ ਧਿਆ ਰਹੇ ਹਾਂ। ਖੁਸ਼ਬੂ ਆਣੀ ਚਾਹੀਦੀ ਹੈ ਜਦ ਬਚਨ ਹੋਣ, ਜਦ ਬੋਲਿਆ ਜਾਏ ਤੇ ਮੁਖ ਤੋਂ ਉਸ ਅਕਾਲ ਪੁਰਖ ਦੀ ਖੁਸ਼ਬੂ ਆਣੀ ਚਾਹੀਦੀ ਹੈ। ਪਤਾ ਲੱਗਣਾ ਚਾਹੀਦਾ ਕਿ ਉਹਦਾ ਸਿੱਖ ਆ। ਇਹ ਨਾਮ ਧਿਆਨ ਹੈ। ਮਨ ਵਚ ਕਰਮ ਪ੍ਰਭ ਆਪਣਾ ਧਿਆਈ। ਤੇ ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਅਜਿਹਾ ਨਾਮ ਧਿਆਇਆ, ਇਸ ਤਰੀਕੇ ਨਾਲ ਨਾਮ ਜਪਿਆ, ਗਏ ਮਸਕਤ ਘਾਲ, ਅਸਲ ਵਿੱਚ ਇਸ ਯੁੱਗ ਤੋਂ ਉਹੀ ਆ ਜਿਹੜੀ ਆ ਉਹ ਮਿਹਨਤ ਕਰਕੇ ਘਾਲਣਾ ਘਾਲ ਕੇ ਗਏ ਆ। ਬਾਕੀ ਸਾਰੇ ਤੇ ਬਸ ਆਏ ਔਰ ਗਏ, ਬਸ ਸਮਝ ਲਓ ਆਏ ਔਰ ਗਏ। ਕੋਈ ਮਨੋਰਥ ਨਹੀਂ ਉਹਨਾਂ ਦਾ ਪੂਰਾ ਹੋਇਆ। ਦੁਨੀਆ ਵਿੱਚ ਆਏ ਕੀ ਕਰਨ ਸੀ? ਤੇ ਜਿਹੜੇ ਨਾਮ ਧਿਆ ਕੇ ਗਏ ਉਹ ਮਿਹਨਤ ਕਰਕੇ ਗਏ, ਉਹ ਘਾਲਣਾ ਘਾਲ ਕੇ ਗਏ। ਗਏ ਮਸਕਤ ਘਾਲ, ਮਿਹਨਤ ਕਰਕੇ ਗਏ, ਐਵੇਂ ਨਹੀਂ ਗਏ। ਸਮਝਣਾ ਪਏਗਾ। ਤੇ ਨਾਨਕ ਤੇ ਮੁਖ ਉਜਲੇ, ਨਾਨਕ ਅਜਿਹੇ ਮਨੁੱਖ, ਤੇ ਮੁਖ ਅਜਿਹੇ ਮੁਖ ਭਾਵਤ ਕਹਿ ਸਕਦੇ ਆ, ਮਨੁੱਖ ਜਿਹੜੇ ਆ ਉਹ ਉਜਲੇ ਨੇ, ਯਾਨੀ ਕਿ ਉਹ ਪ੍ਰਕਾਸ਼ਮਾਨ ਹਨ। ਅਜਿਹੇ ਜਿਹੜੇ ਮਨੁੱਖ ਆ, ਕਿਉਂਕਿ ਜੋ ਅੰਦਰ ਹੈ ਜੀਵ ਦੇ ਉਹੀ ਤੇ ਬਾਹਰ ਹੈ ਨਾ। ਚਿਹਰੇ ਦੇ ਜਿਹੜੇ ਹਾਵ ਭਾਵ ਦੱਸ ਦਿੰਦੇ ਆ ਦੇ ਅੰਦਰ ਕੀ ਚੱਲ ਰਿਹਾ, ਭਾਵੇਂ ਉਹਨੂੰ ਜਿੰਨਾ ਮਰਜ਼ੀ ਲੱਗੇ ਕਿ ਹਾਂ ਮੈਂ ਦੂਜੇ ਨੂੰ ਬੇਵਕੂਫ ਬਣਾ ਦਿੱਤਾ ਹੈ। ਮੰਨ ਲਓ ਇੱਕ ਸ਼ੌਪਕੀਪਰ ਹੈ, ਦੁਕਾਨ ਤੇ ਅਸੀਂ ਜਾਂਦੇ ਹਾਂ ਕਿ ਕੁਛ ਲੈਣ, ਕੱਪੜਾ ਲੈਣ ਗਏ, ਪਸੰਦ ਆ ਗਿਆ, ਸਭ ਕੁਝ ਆ ਗਿਆ, ਠੀਕ ਹੈ। ਅਸੀਂ ਕਿਹਾ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਦੱਸ ਦਾਂਗੇ। 400 ਦੀ ਉਹਨੇ ਚੀਜ਼ ਦੱਸੀ ਤੇ ਕਹਿੰਦਾ ਚਲੋ ਤੁਸੀਂ ਕੋਈ ਗੱਲ ਨਹੀਂ 350 ਦੀ ਲੈ ਲਓ, ਕੋਈ ਗੱਲ ਨਹੀਂ। ਤੇ ਅਸੀਂ ਕਿਹਾ ਕੋਈ ਗੱਲ ਨਹੀਂ ਜੀ। ਪਹਿਲੇ ਕਹਿ ਰਿਹਾ ਸੀਗਾ ਤੁਹਾਨੂੰ ਮੈਂ ਬਿਲਕੁਲ ਜਾਇਜ਼ ਰੇਟ ਦੱਸ ਰਿਹਾ, 350 ਦੇ ਆ ਗਿਆ, ਉਹ ਵੀ ਉਹਦਾ ਜਾਇਜ਼ ਰੇਟ ਹੈ। 400 ਤੋਂ 350 ਆਉਣਾ ਵੀ ਜਾਇਜ਼ ਰੇਟ ਹੈ। ਫਿਰ ਕਹਿੰਦਾ ਅਸੀਂ ਕਹਿੰਦੇ ਨਹੀਂ ਕੋਈ ਨਹੀਂ, ਚਲੋ ਅਸੀਂ ਇੱਕ ਦੋ ਜਗ੍ਹਾ ਹੋਰ ਵੇਖ ਲੈਂਦੇ ਹਾਂ। ਫਿਰ ਉਸੇ ਟਾਈਮ ਹੀ ਕਹਿੰਦਾ ਚਲੋ ਕੋਈ ਗੱਲ ਨਹੀਂ 300 ਦੇ ਦਿਓ। 300 ਵੀ ਜਾਇਜ਼ ਰੇਟ ਹੈ, 400 ਵੀ ਜਾਇਜ਼ ਰੇਟ ਸੀ, 300 ਵੀ ਜਾਇਜ਼ ਰੇਟ ਹੈ। ਕਮਾਲ ਦਾ ਬੰਦਾ ਹੈ। ਉਹਨੂੰ ਲੱਗ ਰਿਹਾ ਮੈਂ ਇਹਨੂੰ ਮੂਰਖ ਬਣਾ ਰਿਹਾ, ਪਰ ਉਹ ਇਹਨੂੰ ਇਹ ਨਹੀਂ ਪਤਾ ਸਾਹਮਣੇ ਵਾਲਾ ਸਮਝ ਰਿਹਾ। ਤੇ ਫਿਰ ਜਦ ਅਸੀਂ ਥੋੜਾ ਜਿਹਾ ਹੋਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ ਦੁਕਾਨ ਤੋਂ, ਕਹਿੰਦਾ ਚਲੋ ਸਾਰੀ ਗੱਲ ਛੱਡੋ 250 ਦੇ। ਉਹ ਹੱਦ ਹੋ ਗਈ, 400 ਤੋਂ 250 ਤੇ ਆ ਗਿਆ। ਤੇ ਉਹਨੂੰ ਲੱਗ ਰਿਹਾ ਕਿ ਮੈਂ ਬਈ ਇਹਨਾਂ ਨੂੰ ਮੂਰਖ ਬਣਾ ਰਿਹਾ, ਪਰ ਦੂਜਾ ਵੀ ਸਮਝ ਰਿਹਾ ਹੁੰਦਾ ਹੈ, ਦੂਜੇ ਨੂੰ ਪਤਾ ਹੁੰਦਾ ਹੈ ਮੇਰੀ ਚੀਜ਼ ਹੈ, ਮੰਗ 400 ਰਿਹਾ ਹੈ। ਤੇ ਐਗਜ਼ਾਮਪਲ ਹੈ ਕਿ ਹੁਣ ਜਿਹੜਾ ਜੋ ਚੀਜ਼ ਅੰਦਰ ਹੈ ਨਾ, ਕਿਤੇ ਨਾ ਕਿਤੇ ਬਾਹਰ ਪ੍ਰਗਟ ਹੁੰਦੀ ਹੈ, ਨਜ਼ਰ ਆਉਂਦੀ ਹੈ ਦੂਜੇ ਨੂੰ। ਸਾਨੂੰ ਲੱਗਦਾ ਹੈ ਜਿਵੇਂ ਕਿ ਅਸੀਂ ਪਹਿਲੇ ਵੀ ਇਸ ਬਾਰੇ ਵਿਚਾਰ ਕੀਤੀ ਸੀ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਭਾਵੇਂ ਲੱਖਾਂ ਹੀ ਚਤੁਰਾਈਆਂ ਸਿਆਣਪਾ ਦਿਖਾ ਕੇ ਬੰਦਾ ਸੋਚੇ ਮੈਂ ਦੂਜੇ ਨੂੰ ਮੂਰਖ ਬਣਾ ਲਾਂਗਾ, ਸਿਆਣਾ ਬਣਾ ਲਾਂਗਾ, ਤੇ ਪਰ ਨਾਲ ਇੱਕ ਵੀ ਸਹਾਇਕ ਨਹੀਂ ਹੁੰਦੀ। ਨਾ ਇਸ ਜਿਹੜਾ ਹੈ ਮਨ ਕਰਕੇ ਸਹਾਇਕ ਹੁੰਦੀ, ਨਾ ਤਨ ਕਰਕੇ ਸਹਾਇਕ ਹੁੰਦੀ। ਇਸੇ ਧਿਆਨ ਰੱਖਣਾ ਪੈਣਾ, ਕਿਉਂਕਿ
ਕਿਉਂਕਿ ਅਗਰ ਦੁਨਿਆਵੀ ਪੱਧਰ ਤੇ ਅਗਰ ਕੋਈ ਚੀਜ਼ ਕੰਮ ਨਹੀਂ ਆ ਰਹੀ ਤੇ ਮਨ ਦੇ ਪੱਧਰ ਤੇ ਬਹੁਤ ਹੀ ਔਖੀ ਖੇਡ ਹੈ, ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਬੜੀ ਔਖੀ ਗੱਲ ਹੈ। ਤੇ ਜੋ ਮਨ ਵਿੱਚ ਹੁੰਦਾ ਉਹੀ ਬਾਹਰ ਹੁੰਦਾ। ਇਸ ਲਈ ਅਗਰ ਮਨ ਵਿੱਚ ਪ੍ਰਕਾਸ਼ ਹੈ, ਉਜਾਲਾ ਹੈ, ਤੇ ਬਾਹਰ ਵੀ ਕਿਤੇ ਨਾ ਕਿਤੇ ਚਿਹਰੇ ਤੇ ਵੀ ਉਹ ਝਲਕਦਾ ਹੈ। ਉਹਨੇ ਜ਼ਰੂਰੀ ਨਹੀਂ ਹੈ ਕਿ ਹਾਂਜੀ ਉਹਨਾਂ ਦੇ ਬਿਲਕੁਲ ਇਹ ਲਿਸ਼ਕਾ ਮਾਰ ਰਹੇ ਹੋਣਗੇ ਚਿਹਰੇ, ਬਿਲਕੁਲ ਅਜਿਹਾ ਕੁਝ ਨਹੀਂ ਹੈ। ਉਹਨਾਂ ਦੇ ਜਿਹੜੇ ਗੁਣ ਆ ਨਾ, ਉਹ ਜਦ ਬਚਨ ਕਰਦੇ ਆ, ਜਦ ਗੱਲ ਕਰਦੇ ਆ, ਉੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਨਾਮ ਜਪਣ ਵਾਲੀ ਰੂਹ ਆ। ਤੇ ਨਾਨਕ ਤੇ ਮੁਖ ਉਜਲੇ, ਅਜਿਹੇ ਮੁਖ ਜਿਹੜੇ ਆ ਸੱਚ ਵਿੱਚ ਪ੍ਰਕਾਸ਼ਮਾਨ ਹੁੰਦੇ ਆ, ਉਜਾਲੇ ਵਾਲੇ ਹੁੰਦੇ ਆ, ਉਜਲੇ ਹੁੰਦੇ ਆ। ਕੀਤੀ ਛੁੱਟੀ ਨਾਲ, ਤੇ ਕਿਉਂਕਿ ਆਪ ਪ੍ਰਕਾਸ਼ਮਾਨ ਆ, ਆਪ ਉਹ ਉਸ ਹੋਂਦ ਦਾ ਆਨੰਦ ਮਾਣ ਰਹੇ ਆ, ਤੇ ਕੋਈ ਬੁੱਝੇ ਹੋਏ ਨਹੀਂ ਆ, ਆਪ ਜਲੇ ਹੋਏ ਆ। ਕਿ ਜਲਿਆ ਜਿਹੜਾ ਹੋਇਆ ਹੈ, ਮੰਨ ਲਓ ਇੱਕ ਜਲਿਆ ਹੋਇਆ ਜਿਹੜਾ ਦੀਵਾ ਹੈ, ਉਹ ਦੂਜੇ ਨੂੰ ਵੀ ਜਲਾ ਸਕਦਾ ਹੈ। ਕਿਉਂਕਿ ਜਿਹਦੇ ਕੋਲ ਆਪ ਕੁਝ ਹੋਏ ਉਹੀ ਕਿਸੇ ਹੋਰ ਨੂੰ ਕੁਝ ਦੇ ਸਕਦਾ ਹੈ ਨਾ। ਮੰਨ ਲਓ ਮੇਰੇ ਕੋਲ 200 ਰੁਪਏ ਹੈ, ਮੈਂ ਕਿਸੇ ਨੂੰ 10 ਰੁਪਏ ਦੇ ਸਕਦਾ, 20 ਰੁਪਏ ਦੇ ਸਕਦਾ ਅਗਰ ਲੋੜ ਪਵੇ ਤੇ। ਅਗਰ ਮੇਰੇ ਕੋਲ ਖੁਦ 10 ਰੁਪਏ ਹੈ, ਕੋਈ ਮੈਨੂੰ ਕਹੇ ਕਿ ਭਾਈ 200 ਰੁਪਏ ਦੇ ਦੇ, ਮੈਂ ਕਿੱਥੋਂ ਦੇਵਾਂਗਾ? ਮੇਰੇ ਤੋਂ ਤੇ ਆਪ ਨਹੀਂ, ਮਨਾ ਕਰਨਾ ਪਏਗਾ, ਨਹੀਂ ਹੈ ਭਾਈ, ਨਹੀਂ ਹੈ ਮੇਰੇ ਤੋਂ। ਤੇ ਜਿਹੜੇ ਨਾਮ ਜਪਦੇ ਆ, ਜਿਹੜੇ ਆਪ ਪ੍ਰਕਾਸ਼ਮਾਨ ਆ, ਉਹ ਆਪ ਤੇ ਤਰਦੇ ਹੀ ਆ, ਕਿਉਂਕਿ ਆਪ ਉਹਨਾਂ ਨੇ ਜੀਵਨ ਆਪਣਾ ਸਫਲਾ ਕੀਤਾ। ਕੀਤੀ ਛੁੱਟੀ ਨਾਲ, ਕੀਤੀ ਯਾਨੀ ਕਿ ਹੋਰਾਂ, ਕੀਤੀ ਹੋਰ ਕਈਆਂ ਦੀ ਵੀ ਜਿਹੜੀ ਹੈ ਛੁੱਟੀ, ਭਾਵ ਛੁਟਕਾਰਾ, ਜਿਹੜੇ ਆ ਵਿਕਾਰਾਂ ਤੋਂ, ਜਿਹੜੇ ਬੰਧਨਾਂ ਤੋਂ ਮੁਕਤ ਜਿਹੜੇ ਆ, ਉਹ ਆਪਣੇ ਨਾਲ ਕਰਵਾ ਲੈਂਦੇ ਆ। ਛੁੱਟੀ ਨਾਲ ਯਾਨੀ ਕਿ ਛੁਟਕਾਰਾ ਆਪਣੇ ਨਾਲ ਕਰਵਾ ਲੈਂਦੇ ਆ, ਭਾਵ ਉਹਨਾਂ ਦੀ ਸੰਗਤ ਦੇ ਕਾਰਨ। ਅਗਰ ਸੰਗਤ ਹੋ ਜਾਏ ਰੰਗੇ ਹੋਈ ਦੀ, ਤੇ ਸਾਨੂੰ ਵੀ ਰੰਗ ਮਿਲਦਾ ਹੈ। ਅਗਰ ਰੰਗੇ ਹੋਈ ਦੀ ਸੰਗਤ ਨਹੀਂ ਹੋਈ, ਕੋਈ ਅਜਿਹਾ ਹੀ ਮਿਲ ਗਿਆ ਜੋ ਪੁੱਠੀਆਂ ਹੀ ਗੱਲਾਂ ਸਾਨੂੰ ਸਮਝਾਈ ਜਾ ਰਿਹਾ, ਤੇ ਮਨ ਚੰਚਲ ਹੈ, ਮਨ ਤੇ ਢੂੰਡਦਾ ਹੈ। ਕਈ ਵਾਰ ਵੇਖਿਆ ਗਿਆ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹੈ, ਖਾਸ ਕਰ ਬੁਰਾਈ ਦੇ ਤੋਂ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹੈ। ਇਹਦਾ ਕੀ ਹੈ ਕਿ ਇਹਦਾ ਇੱਕ ਆਪਣਾ ਕਹਿ ਲਵੋ ਕਿ ਇੱਕ ਸੁਭਾਵ ਜਿਹਾ ਹੋ ਜਾਂਦਾ ਹੈ ਦੁਨੀਆ ਵਿੱਚ ਰਹਿ ਕੇ ਨਾ। ਇਹ ਦੁਨਿਆਵੀ ਦੀ ਬਹੁਤ ਛੱਡਦਾ ਨਹੀਂ ਜਲਦੀ, ਦੁਨਿਆਵੀ ਰੰਗ ਇੰਨਾ ਚੜਿਆ ਹੁੰਦਾ ਹੈ। ਤੇ ਜਿੱਥੇ ਕਿੱਥੇ ਇਹਨੂੰ ਗੱਲ ਲੱਗਦੀ, ਹਾਂ ਇਹ ਮੇਰੇ ਮਤਲਬ ਦੀ ਹੈ, ਭਾਵੇਂ ਕੋਈ ਵੀ ਕਰ ਰਿਹਾ ਹੈਗਾ ਨਾ, ਕਹੇਗਾ ਹਾਂ ਬੰਦਾ ਗੱਲ ਸਹੀ ਕਰ ਰਿਹਾ ਹੈ, ਤੇ ਉਹਦੇ ਨਾਲ ਬੜੀ ਜਲਦੀ ਇਹ ਸਹਿਮਤੀ ਜਤਾ ਦਿੰਦਾ। ਐਕਚੁਅਲ ਵਿੱਚ ਉਹਨੇ ਉਹਦੀ ਗੱਲ ਨਾਲ ਸਹਿਮਤੀ ਨਹੀਂ ਜਤਾਈ, ਕਿਉਂਕਿ ਉਹਦਾ ਮਨ ਇਹੀ ਚਾਹੁੰਦਾ ਸੀਗਾ, ਉਹਨੇ ਵੇਖਿਆ ਇਸ ਨਜ਼ਰੀਏ ਨਾਲ, ਔਰ ਦੂਜਾ ਬੰਦਾ ਸਹੀ ਲੱਗਣਾ ਹੀ ਸੀ, ਕਿਉਂਕਿ ਉਹ ਅੰਦਰ ਉਹਦੀ ਵੀ ਇਹੀ ਗੱਲ ਚੱਲ ਰਹੀ ਸੀ। ਦੂਜੇ ਨੇ ਅਗਰ ਉਸ ਦੇ ਮਨ ਦੀ ਗੱਲ ਕਰ ਦਿੱਤੀ, ਉਹ ਬੰਦਾ ਠੀਕ ਹੈ। ਤੇ ਜਿਹੜਾ ਬੰਦਾ ਉਹਦੀ ਗੱਲ ਨਾ ਕਰੇ, ਉਹ ਤੇ ਭਾਵੇਂ ਜਿੰਨੀ ਮਰਜ਼ੀ, ਭਾਵੇਂ ਕੋਈ ਚੰਗੀ ਵੀ ਗੱਲ ਕਰ ਰਿਹਾ ਹੈ ਨਾ, ਉਹ ਬੰਦਾ ਸਹਿਮਤ ਨਹੀਂ ਹੋਏਗਾ। ਤੇ ਪਰ ਧਿਆਨ ਰੱਖਣਾ ਪਏਗਾ ਕਿ ਜਿਹੜੇ ਮਨੁੱਖ ਜਿਹੜੇ ਆ, ਅਜਿਹੇ ਮਨੁੱਖ ਜਿਨ੍ਹਾਂ ਦੀ ਸੰਗਤੀ ਜਿਹੜੀ ਹੈ ਨਾ, ਇਹ ਬੜੀ ਇੰਪੋਰਟੈਂਟ ਹੈ। ਗੁਰਮੁਖ ਰੂਹਾਂ ਦੀ, ਜਿਹੜੇ ਨਾਮ ਜਪਣ ਵਾਲੇ ਆ, ਸੱਚ ਵਾਲੇ ਆ, ਸੱਚ ਤੇ ਪਹਿਰਾ ਦੇਣ ਵਾਲੇ ਆ, ਜਿਹੜੇ ਉਸ ਅਕਾਲ ਪੁਰਖ ਦੇ ਨਿਰਮਲ ਭੋਗ ਵਿੱਚ ਜਿੰਦੇ ਆ, ਪਿਆਰ ਵਾਲੇ ਆ। ਤੇ ਅਜਿਹੇ ਮਨੁੱਖਾਂ ਦੀ ਅਗਰ ਸੰਗਤ ਮਿਲੇਗੀ, ਤੇ ਨਾਨਕ ਤੇ ਮੁਖ ਉਜਲੇ, ਤੇ ਉਹ ਮੁਖ ਜਿਹੜੇ ਆ ਉਸ ਉਜਲੇ ਆ, ਕਿਉਂਕਿ ਪ੍ਰਕਾਸ਼ਮਾਨ ਆ, ਗੁਰਮੁਖ ਰੂਹਾਂ, ਕਿਉਂਕਿ ਉਹਨਾਂ ਦਾ ਮੁਖ ਜਿਹੜਾ ਗੁਰੂ ਦੇ ਵਾਲੇ ਆ, ਗੁਰੂ ਦੇ ਬਚਨ ਕਮਾਉਂਦੇ ਆ। ਤੇ ਫਿਰ ਕੀ ਹੋਏਗਾ? ਕੀਤੀ ਛੁੱਟੀ ਨਾਲ, ਤੇ ਕੀਤੀ ਹੋਰ ਕਈਆਂ ਦੀ ਜਿਹੜੀ ਛੁੱਟੀ ਹੈ, ਯਾਨੀ ਕਿ ਇਸ ਸੰਸਾਰ ਤੋਂ ਮੁਕਤੀ ਹੈ ਜਿਹੜੀ, ਉਹ ਨਾਲ, ਯਾਨੀ ਕਿ ਉਹਨਾਂ ਦੇ ਨਾਲ ਜਿਹੜੀ ਹੈ ਉਹ ਹੋ ਜਾਂਦੀ ਹੈ, ਕਿਉਂਕਿ ਉਹ ਉਹਨਾਂ ਨੂੰ ਵੀ ਇਸ ਪਾਸੇ ਲਾ ਦਿੰਦੀ ਆ, ਚੰਗੇ ਪਾਸੇ ਲਾ ਦਿੰਦੇ ਆ, ਚੰਗੀ ਸੰਗਤ ਵਾਲੇ ਪਾਸੇ ਨਾਲ ਜੋੜ ਦਿੰਦੀ ਆ। ਤੇ ਫਿਰ ਜਿਹੜਾ ਮਨਮੁਖ ਹੈ ਉਹ ਵੀ ਕਿਤੇ ਨਾ ਕਿਤੇ ਨਾਮ ਜਪਣ ਲੱਗ ਜਾਂਦਾ ਹੈ, ਤੇ ਇਸ ਲਈ ਉਹਦੀ ਵੀ ਜਿਹੜੀ ਆ ਛੁੱਟੀ ਹੋ ਜਾਂਦੀ ਹੈ। ਵਿਚਾਰ ਕਰਦੇ ਆ, ਅਨੇਕ ਪ੍ਰਕਾਰ ਦੀਆਂ ਗਲਤੀ ਟੁੱਟੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਨੇ ਸੇਵਾ ਲਿੱਤੀ। ਇਹ ਕਹਿ ਸਕਦੇ ਹਾਂ ਕਿ ਇਸ ਜਪਜੀ ਸਾਹਿਬ ਉਪਰਾਲਾ 2020 ਦੀ ਆਖਰੀ ਵੀਡੀਓ ਹੈ। ਮਨ ਬਹੁਤ ਭਾਵੁਕ ਹੈ। ਸਭ ਨੇ ਬਹੁਤ ਪਿਆਰ ਦੇ ਨਾਲ, ਜਿੰਨਾ ਵੀ ਆਪਣਾ ਸਮਾਂ ਦਿੱਤਾ, ਕੀਮਤੀ ਸਮਾਂ ਦਿੱਤਾ। ਉਮੀਦ ਹੈ ਅਸੀਂ ਸਭ ਨੇ ਮਿਲ ਕੇ ਕੁਛ ਨਾ ਕੁਛ ਲਾਹਾ ਦਿੱਤਾ ਹੋਏਗਾ। ਗੁਰੂ ਸਾਹਿਬ ਨੇ ਬੜੀ ਅਪਾਰ ਕਿਰਪਾ ਕੀਤੀ, ਕਿਉਂਕਿ ਮਨੁੱਖ ਦੇ ਵੱਸ ਵਿੱਚ ਕੁਛ ਨਹੀਂ ਹੈ। ਉਹ ਤੇ ਇੱਕ ਬਸ ਜ਼ਰੀਆ ਬਣਾ ਰਿਹਾ ਹੈ, ਉਹਦੀ ਰਹਿਮਤ ਹੈ। ਮੇਰੇ ਵਰਗੇ ਨਖੇਦ ਨੂੰ ਵੀ ਕੋਈ ਕਹਿੰਦਾ ਨਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਅਜੇ ਤੱਕ ਤੇ ਜਪਜੀ ਸਾਹਿਬ ਪੜ੍ਹਨਾ ਨਹੀਂ ਆਉਂਦਾ, ਤੇ ਪਤਾ ਨਹੀਂ ਹੋਰ ਕਿੰਨੀਆਂ ਜ਼ਿੰਦਗੀਆਂ ਇਹ ਗੁਰੂ ਦੀ ਮੌਜ ਹੈ। ਅਜੇ ਮਨ ਇਹ ਮਹਿਸੂਸ ਕਰਦਾ ਹੈ ਕਿ ਅਜੇ ਆਪ ਨੂੰ ਨਹੀਂ ਸਮਝ, ਬਿਲਕੁਲ ਨਹੀਂ ਸਮਝ। ਤੇ ਗੁਰੂ ਸਾਹਿਬ ਜਿਹੜੇ ਆ ਉਹ ਕਿਰਪਾਲੂ, ਉਹਨੂੰ ਪਤਾ ਹੈ ਕਿ ਇਹ ਆਪ ਨਹੀਂ ਬੈਠੇਗਾ ਪੜ੍ਹਨ ਵਾਸਤੇ,
ਇਹ ਆਪ ਵਿਚਾਰੇਗਾ ਨਹੀਂ। ਉਹਨਾਂ ਨੇ ਇਸ ਲਈ ਇਸ ਤਰੀਕੇ ਦਾ ਜ਼ਰੀਆ ਬਣਾ ਦਿੱਤਾ ਤਾਂ ਕਿ ਮੇਰੇ ਵਰਗਾ ਜਿਹੜਾ ਮੂਰਖ ਬੰਦਾ ਹੈ ਉਹ ਵੀ ਕਿਤੇ ਨਾ ਕਿਤੇ ਬੈਠ ਕੇ ਇਹ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਧਾਰਨ ਦੀ ਕੋਸ਼ਿਸ਼ ਕਰੇ। ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸਭ ਦੇ ਸਦਕੇ, ਤੁਹਾਡੀ ਅਸੀਸਾਂ ਦੇ ਸਦਕੇ ਇਹ ਜਿਹੜਾ ਉਦਮ ਉਪਰਾਲਾ ਹੈ ਇਹ ਸਫਲਾ ਹੋਇਆ। ਗੁਰੂ ਸਾਹਿਬ ਸਭ ਤੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਤੇ ਸਾਡੀ ਜ਼ਿੰਦਗੀ ਦਾ ਅਸਲ ਮੁਰਾਦ ਪੂਰਾ ਕਰਨ। ਅਗਰ ਫਿਰ ਵੀ ਕਿਸੇ ਦਾ ਕੋਈ ਸਵਾਲ ਜਵਾਬ ਹੋਏਗਾ ਉਹ ਬਿਲਕੁਲ ਕਮੈਂਟ ਬਾਕਸ 'ਤੇ ਪੁੱਛ ਸਕਦੇ ਹੋ ਜੀ। ਬਹੁਤ ਬਹੁਤ ਸਭ ਦਾ ਦਿਲੋਂ ਧੰਨਵਾਦ। ਜਲਦੀ ਹੀ ਅਗਲੇ ਉਪਰਾਲੇ ਵਿੱਚ ਆਪ ਜੀ ਦੇ ਦਰਸ਼ਨ ਕਰਾਂਗੇ ਜੀ। ਪਿਆਰ ਨਾਲ ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।